ਤੁਹਾਡਾ ਵੀਰ ਡਾਕਟਰ ਹਰੀਸ਼ ਮਲਹੋਤਰਾ ਤੁਹਾਡੇ ਲਈ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਹਫ਼ਤਾਵਾਰੀ ਸੋਚ ਦਾ ਸਫ਼ਰ ਲੈ ਕੇ ਅੱਜ ਫਿਰ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਆਪਣੀ ਤੀਸਰੀ ਕਿਤਾਬ ਸੁਨਹਿਰਾ ਭਵਿੱਖ ਵਿੱਚੋਂ ਪਹਿਲਾਂ ਇੱਕ ਲੇਖ ਪੜ੍ਹਦਾ ਅਤੇ ਫਿਰ ਉਸ ਤੋਂ ਬਾਅਦ ਟੈਲੀਫੋਨ ਦੇ ਰਾਹੀਂ ਤੁਹਾਡੇ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ। ਕੁਛ ਉਹਨਾਂ ਨੁਕਤਿਆਂ ਬਾਰੇ ਜਿਹੜੇ ਮੈਂ ਉਸ ਲੇਖ ਦੇ ਵਿੱਚ, ਉਸ ਨਿਬੰਧ ਵਿੱਚ, ਉਸ ਆਰਟੀਕਲ ਦੇ ਵਿੱਚ ਉਠਾਏ ਹੁੰਦੇ ਆ, ਅਤੇ ਜਾਂ ਯਾਨੀ ਕਿ ਕੁਛ ਨੁਕਤੇ ਉਹ ਜਿਨ੍ਹਾਂ ਬਾਰੇ ਸ਼ਾਇਦ ਮੈਂ ਗੱਲ ਨਾ ਕੀਤੀ ਹੋਵੇ। ਇਹਦਾ ਸਿਰਫ ਮਕਸਦ ਇਹੀ ਹੈ ਕਿ ਤਾਂ ਕਿ ਅਸੀਂ ਕਿਸੇ ਅੰਤਿਮ ਸੱਚ 'ਤੇ ਪਹੁੰਚ ਸਕੀਏ, ਜਿਹੜਾ ਕਿ ਮੈਂ ਸਮਝਦਾ ਵੀ ਅੰਤਿਮ ਸੱਚ ਕਦੀ ਵੀ ਨਹੀਂ ਆਉਂਦਾ, ਪਰ ਕੁਛ ਜਿਹੜੀਆਂ ਗੱਲਾਂ ਸਾਡੇ ਸੰਵਾਦ ਦੇ ਨਾਲ ਜਿਹੜੀਆਂ ਨਿਖਰ ਕੇ ਬਾਹਰ ਆਉਂਦੀਆਂ, ਉਹਨਾਂ ਨਾਲ ਤੁਹਾਡਾ, ਮੇਰਾ ਅਤੇ ਬਹੁਤ ਸਾਰੇ ਦਰਸ਼ਕਾਂ ਦਾ, ਬਹੁਤ ਸਾਰੇ ਸਰੋਤਿਆਂ ਦਾ ਸ਼ਾਇਦ ਫਾਇਦਾ ਹੋ ਸਕੇ। ਕਿਉਂਕਿ ਮੈਂ ਆਮ ਕਰਕੇ ਜਿੰਨੀਆਂ ਵੀ ਮੇਰੀਆਂ ਕਿਤਾਬਾਂ ਹੈਗੀਆਂ ਉਹਨਾਂ ਵਿੱਚ ਮੈਂ ਸਮਾਜਿਕ ਮਸਲਿਆਂ ਬਾਰੇ ਗੱਲ ਕਰਦਾ, ਜਿਹੜੇ ਕਿ ਆਮ ਜਨਤਾ ਨਾਲ ਸੰਬੰਧਿਤ ਹੈ, ਤੁਹਾਡੇ ਨਾਲ, ਮੇਰੇ ਨਾਲ ਅਤੇ ਆਪਣੇ ਸਮਾਜ ਨਾਲ ਸੰਬੰਧਿਤ ਹੁੰਦੇ ਆ। ਅਤੇ ਗੱਲ ਵੀ ਮੈਂ ਜਿਹੜੀ ਆਪਣੀ ਲੈਂਗੁਏਜ, ਜਿਹੋ ਜਿਹੀ ਮੈਂ ਭਾਸ਼ਾ, ਜਿਹੋ ਜਿਹੀ ਮੈਂ ਜਿਹੜੀ ਜ਼ੁਬਾਨ ਹੈਗੀ, ਜਿਹੜੀ ਮੈਂ ਇਹਦੇ ਵਿੱਚ ਵਰਤਦਾ, ਉਹ ਵੀ ਬੜੀ ਸਾਦਾ ਅਤੇ ਸਰਲ, ਤਾਂ ਕਿ ਆਮ ਲੋਕਾਂ ਦੀ ਸਮਝ ਵਿੱਚ ਆ ਸਕੇ। ਅਤੇ ਜਿਹੜਾ ਅੱਜ ਦਾ ਲੇਖ, ਕਿਉਂਕਿ ਨਵਾਂ ਸਾਲ ਜਾਣੀ ਕਿ ਚੜ੍ਹਿਆ ਹੈਗਾ, ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ, ਵਧਾਈਆਂ, ਅਤੇ ਇਹ ਨਵਾਂ ਸਾਲ ਸਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਅਤੇ ਖੇੜਿਆਂ ਨਾਲ ਭਰਿਆ ਹੋਇਆ ਆਵੇ, ਤਾਂ ਕਿ ਅਸੀਂ ਇਸ ਕਰੋਨਾ ਵਾਇਰਸ ਤੋਂ ਕਿਸੇ ਨਾ ਕਿਸ ਤਰ੍ਹਾਂ ਨਿਜਾਤ ਪਾ ਸਕੀਏ ਅਤੇ ਸਾਡੀ ਜਿਹੜੀ ਜ਼ਿੰਦਗੀ ਹੈ ਇੱਕ ਵਾਰੀ ਫਿਰ ਨੋਰਮਲ ਜਾਣੀ ਕਿ ਬਣ ਸਕੇ। ਜਿਹੜਾ ਅੱਜ ਲੇਖ ਮੈਂ ਲੈ ਕੇ ਆਇਆ ਉਹ ਵੀ ਇਸੇ ਤਰ੍ਹਾਂ ਦੇ ਸੰਬੰਧਿਤ ਹੈ, ਜਿਹਦਾ ਨਾਂ ਮੈਂ ਰੱਖਿਆ ਹੈਗਾ ਹਾਂ ਪੱਖੀ ਸੋਚ, ਜਾਂ ਜਿਹਨੂੰ ਆਪਾਂ ਪੋਜ਼ੀਟਿਵ ਥਿੰਕਿੰਗ ਕਹਿੰਦੇ ਹਾਂ। ਵੀ ਪੋਜ਼ੀਟਿਵ ਥਿੰਕਿੰਗ ਕੀ ਹੁੰਦੀ ਹੈ? ਇਸ ਪੋਜ਼ੀਟਿਵ ਥਿੰਕਿੰਗ ਨੂੰ ਜੇ ਅਸੀਂ ਆਪਣੇ ਨਾਂ ਰੱਖੀਏ ਤਾਂ ਮੇਰਾ ਸਮਝਦਾ ਜਿਹੜਾ ਹੈਗਾ ਸਾਡਾ ਕਿ ਜਿਹੜਾ ਜ਼ਿੰਦਗੀ ਦਾ ਮਕਸਦ ਹੈਗਾ ਉਹਦੇ ਵੱਲ ਬਹੁਤ ਸਾਰੀਆਂ ਅਸੀਂ ਪਲਾਂਘਾਂ ਪੁੱਟ ਸਕਦੇ ਹੈਗੇ ਹਾਂ। ਅਤੇ ਮੈਂ ਇਹ ਲੇਖ ਪਹਿਲਾਂ ਪੜ੍ਹਦਾ, ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਾਨੂੰ ਸੰਪਰਕ ਕਰਨ ਦੇ ਲਈ ਤੁਸੀਂ ਨੰਬਰ ਜੇ ਬਰਤਾਨੀਆ ਵਿੱਚ ਹੈਗੇ ਤਾਂ 0121502404 ਨੰਬਰ ਘੁਮਾਉਣਾ ਪਊਗਾ, ਜਿਹੜਾ ਕਿ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ। ਅਤੇ ਤੁਸੀਂ ਹੁਣ ਤੋਂ ਹੀ ਜਿਹੜਾ ਹੈਗਾ ਆਪਣਾ ਟੈਲੀਫੋਨ ਕਰਕੇ ਆਪਣੀ ਲਾਈਨ ਜਿਹੜੀ ਹੈਗੀ ਆ ਉਹਨੂੰ ਹੋਲਡ ਵੀ ਕਰਾ ਸਕਦੇ ਹਾਂ। ਮੈਨੂੰ ਪਤਾ ਲੱਗਾ ਵੀ ਇਹ ਪ੍ਰੋਗਰਾਮ ਸਾਡਾ ਜਿਹੜਾ ਬਹੁਤ ਹਰਮਨ ਪਿਆਰਾ ਹੈਗਾ, ਤੁਸੀਂ ਬਹੁਤ ਵਾਰੀ ਟੈਲੀਫੋਨ ਜਿਹੜਾ ਹੈਗਾ ਘੁਮਾਉਂਦੇ ਆ ਅਤੇ ਫਿਰ ਜਾ ਕੇ ਤੁਹਾਨੂੰ ਨੰਬਰ ਮਿਲਦਾ। ਮੈਂ ਕੋਸ਼ਿਸ਼ ਕਰੂੰਗਾ ਕਿ ਜਿਹੜਾ ਮੈਂ ਲੇਖ ਨੂੰ ਜਲਦੀ ਫਿਨਿਸ਼ ਕਰ ਸਕਾਂ, ਅਤੇ ਤਾਂ ਕਿ ਮੈਂ ਤੁਹਾਡੀਆਂ ਵੱਧ ਤੋਂ ਵੱਧ ਕਾਲਸ ਲੈ ਸਕਾਂ। ਜਿਸ ਤਰ੍ਹਾਂ ਮੈਂ ਦੱਸਿਆ ਹੈ, ਇਹ ਸੁਨਹਿਰਾ ਭਵਿੱਖ ਕਿਤਾਬ ਜਿਹੜੀ ਤੀਜੀ ਆਪਾਂ ਸ਼ੁਰੂ ਕੀਤੀ ਹੈ, ਇਹਦਾ ਲੇਖ ਆ ਜਿਹੜਾ ਹੈਗਾ ਉਹਦਾ ਹੈਡਿੰਗ ਮੈਂ ਰੱਖਿਆ ਹਾਂ ਪੱਖੀ ਸੋਚ, ਜਿਹਨੂੰ ਕਿ ਆਪਾਂ ਅੰਗਰੇਜ਼ੀ ਵਿੱਚ ਪੋਜ਼ੀਟਿਵ ਥਿੰਕਿੰਗ ਕਹਿੰਦੇ ਹਾਂ। ਕਈ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਕੰਮਾਂ ਵੱਲ ਕੋਈ ਧਿਆਨ ਨਹੀਂ ਦਿੰਦਾ। ਮਿਸਾਲ ਲਈ ਕਾਮੇ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਉਹਨਾਂ ਦੇ ਮਾਲਕ ਉਹਨਾਂ ਦੀ ਸ਼ਲਾਘਾ ਨਹੀਂ ਕਰਦੇ। ਬਹੁਤ ਸਾਰੇ ਵਿਆਹੇ ਜੋੜੇ ਕਹਿੰਦੇ ਹਨ ਕਿ ਉਹਨਾਂ ਦੇ ਸਾਥੀ ਉਹਨਾਂ ਦੀ ਕਦਰ ਨਹੀਂ ਕਰਦੇ, ਅਤੇ ਕੁਝ ਬੱਚੇ ਸੋਚਦੇ ਹਨ ਕਿ ਉਹ ਆਪਣੇ ਮਾਪਿਆਂ ਦੀਆਂ ਉਮੀਦਾਂ 'ਤੇ ਪੂਰੇ ਨਹੀਂ ਉਤਰਨਗੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਅਸੀਂ ਸਮੇਂ-ਸਮੇਂ 'ਤੇ ਦੂਸਰਿਆਂ ਦੀ ਤਾਰੀਫ ਕਰੀਏ ਤਾਂ ਉਹ ਇਸ ਤਰ੍ਹਾਂ ਮਹਿਸੂਸ ਨਹੀਂ ਕਰਨਗੇ। ਅੱਜ ਦੁਨੀਆ ਵਿੱਚ ਬਹੁਤ ਘੱਟ ਲੋਕ ਦੂਸਰਿਆਂ ਦੀ ਦਿਲੋਂ ਤਾਰੀਫ ਕਰਦੇ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ, ਕਿਉਂਕਿ ਸਾਡੇ 'ਚੋਂ ਬਹੁਤ ਸਾਰੇ ਲੋਕ ਸਵਾਰਥੀ, ਨਾਸ਼ੁਕਰੇ ਅਤੇ ਵਿਸ਼ਵਾਸਘਾਤੀ ਹਨ। ਇਤਿਹਾਸ ਇਹੋ ਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ। ਅਗਰ ਉਹਨਾਂ ਵਿਸ਼ਵਾਸਘਾਤੀਆਂ ਆਪਣੀਆਂ ਕਰਤੂਤਾਂ ਨਾ ਕੀਤੀਆਂ ਹੁੰਦੀਆਂ ਤਾਂ ਸਾਨੂੰ 1857 ਵਿੱਚ ਆਜ਼ਾਦੀ ਮਿਲ ਜਾਣੀ ਸੀ। ਟੀਪੂ ਸੁਲਤਾਨ ਦਾ ਰਾਜ ਨਾ ਖੁੱਸਦਾ ਅਤੇ ਰਣਜੀਤ ਸਿੰਘ ਦਾ ਰਾਜ ਕਾਫੀ ਦੇਰ ਕਾਇਮ ਰਹਿੰਦਾ। ਇਤਿਹਾਸ ਵਿੱਚੋਂ ਹੋਰ ਵੀ ਕਈ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ, ਅਤੇ ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਘਰ ਦਾ ਭੇਤੀ ਲੰਕਾ ਢਾਏ। ਬਾਪੂ ਦੇ 3 ਬਾਂਦਰ, ਬੁਰਾ ਨਾ ਦੇਖੋ, ਬੁਰਾ ਨਾ ਸੁਣੋ ਅਤੇ ਬੁਰਾ ਨਾ ਬੋਲੋ, ਵੀ ਇਹ ਗੱਲ ਹੀ ਕਹਿੰਦੇ ਹਨ ਕਿ ਸਾਨੂੰ ਦੂਜਿਆਂ ਦੇ ਚੰਗੇ ਗੁਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਕੰਮਾਂ ਦੀ ਤਾਰੀਫ ਕਰਨੀ ਚਾਹੀਦੀ ਹੈ। ਸ਼ਾਇਦ ਇਸੇ ਕਰਕੇ ਕਹਿੰਦੇ ਹਨ ਕਿ ਜੇਕਰ ਅਸੀਂ ਕਿਸੇ ਵੱਲ ਇੱਕ ਉਂਗਲੀ ਕਰਦੇ ਹਾਂ ਅਤੇ ਬਾਕੀ ਦੀਆਂ ਉਂਗਲਾਂ ਸਾਡੇ ਵੱਲ ਇਸ਼ਾਰਾ ਕਰਦੀਆਂ ਹਨ। ਪੰਜਾਬੀ ਦੀ ਕਹਾਵਤ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਵੀ ਇਸੇ ਗੱਲ ਦੀ ਤਰਜਮਾਨੀ ਕਰਦਾ ਹੈ। ਸਾਨੂੰ ਉਸ ਇਨਸਾਨ ਵਰਗਾ ਹੋਣਾ ਚਾਹੀਦਾ ਹੈ ਜੋ ਧੀਰਜ ਨਾਲ ਪੱਥਰਾਂ ਦੇ ਢੇਰ ਵਿੱਚੋਂ ਕੀਮਤੀ ਹੀਰਿਆਂ ਨੂੰ ਤਲਾਸ਼ਦਾ ਹੈ। ਜਦੋਂ ਖੋਦਣ ਵਾਲੇ ਨੂੰ ਹੀਰਾ ਮਿਲ ਜਾਂਦਾ ਹੈ ਤਾਂ ਉਹ ਬੜਾ ਖੁਸ਼ ਹੁੰਦਾ ਹੈ। ਇਹ ਅਣਘੜ ਹੀਰਾ ਪਹਿਲਾਂ ਕੀਮਤੀ ਨਜ਼ਰ ਨਹੀਂ ਆਉਂਦਾ, ਪਰ ਖੋਦਣ ਵਾਲਾ ਇਸ ਦੀ ਕੀਮਤ ਪਛਾਣ ਸਕਦਾ ਹੈ। ਸਾਨੂੰ ਵੀ ਹੋਰਾਂ ਦੀਆਂ ਗਲਤੀਆਂ ਨਹੀਂ, ਸਗੋਂ ਚੰਗੇ ਗੁਣਾਂ ਦੀ ਭਾਲ ਕਰਨੀ ਚਾਹੀਦੀ ਹੈ। ਇਹਦੇ ਨਾਲ ਸਾਡਾ ਮਨ ਬਾਗੋ ਬਾਗ ਹੋਵੇਗਾ। ਉਹਦੀ ਤਾਰੀਫ ਕਰਨ ਨਾਲ ਉਹ ਆਪਣੇ ਆਪ ਨੂੰ ਹੋਰ ਸੰਵਾਰੇਗਾ ਅਤੇ ਅਸੀਂ ਵੀ ਉਹਦੀਆਂ ਨਜ਼ਰਾਂ ਵਿੱਚ ਇੱਕ ਚੰਗੀ ਥਾਂ ਬਣਾ ਲਵਾਂਗੇ। ਕਿਸੇ ਆਪਣੇ ਕਾਮੇ ਦੀ
ਤਾਰੀਫ ਕਰਕੇ ਦੇਖੋ, ਉਹ ਕੰਮ ਵੀ ਜ਼ਿਆਦਾ ਚੰਗੀ ਤਰ੍ਹਾਂ ਕਰੇਗਾ ਅਤੇ ਤੁਹਾਡਾ ਵਫਾਦਾਰ ਵੀ ਬਣ ਜਾਵੇਗਾ। ਇਸ ਤੋਂ ਬਿਨਾਂ ਮੁਫਤੋ ਮੁਫਤੀ ਹੋਰਾਂ ਕੋਲ ਵਧੀਆ ਨੁਮਾਇਸ਼ ਵੀ ਲਾਵੇਗਾ। ਸਾਡੇ ਤਾਰੀਫ ਨਾਲ ਤਾਲੋ ਤਾਲ ਲਫ਼ਜ਼ ਦੂਸਰੇ ਇਨਸਾਨ ਨੂੰ ਤਾਜ਼ਗੀ ਨਾਲ ਭਰ ਦੇਣਗੇ ਅਤੇ ਉਹ ਸਦਾ ਕੋਸ਼ਿਸ਼ ਕਰੇਗਾ ਕਿ ਉਹ ਆਪਣੇ ਆਪ ਨੂੰ ਤੁਹਾਡੀਆਂ ਨਜ਼ਰਾਂ ਤੋਂ ਗਿਰਾ ਨਾ ਲਵੇ। ਇਸੇ ਕਰਕੇ ਜ਼ਰੂਰੀ ਹੈ ਕਿ ਜੋ ਕਿਸੇ ਦਾ ਹੱਕ ਬਣਦਾ ਹੈ ਉਹ ਉਹਨੂੰ ਜ਼ਰੂਰ ਦਿੱਤਾ ਜਾਵੇ। ਚੰਗੇ ਬੋਲਾਂ ਦੀ ਭਲਾ ਕੰਜੂਸੀ ਕਿਉਂ ਕੀਤੀ ਜਾਵੇ? ਅੱਜ ਦੀ ਨਾਸ਼ੁਕਰੀ ਦੁਨੀਆ ਵਿੱਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਕਦਰ ਕੀਤੀ ਜਾਵੇ ਅਤੇ ਸਾਡੇ ਨਾਲ ਪਿਆਰ ਕੀਤਾ ਜਾਵੇ। ਵੈਸੇ ਵੀ ਸਾਰੇ ਇਨਸਾਨਾਂ ਦੀਆਂ ਕੁਝ ਬੁਨਿਆਦੀ ਜ਼ਰੂਰਤਾਂ ਹਨ, ਜਿਵੇਂ ਪਿਆਰ, ਕਦਰ ਕਰਨੀ, ਸੁਰੱਖਿਅਤਾ, ਧਿਆਨ ਨਾਲ ਗੱਲ ਸੁਣਨੀ ਆਦਿ। ਅਤੇ ਇਹਨਾਂ ਵਿੱਚੋਂ ਜਦ ਕੁਝ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਡਾਵਾਂਡੋਲ ਹੋ ਜਾਂਦੇ ਹਾਂ। ਉਹਦਾ ਘਾਪਾ ਪੂਰਾ ਕਰਨ ਲਈ ਆਸੇ ਪਾਸੇ ਹੱਥ ਮਾਰਦੇ ਹਾਂ। ਜਦੋਂ ਅਸੀਂ ਕਿਸੇ ਦੀ ਤਾਰੀਫ ਕਰਦੇ ਹਾਂ ਤਾਂ ਉਹਦਾ ਹੌਸਲਾ ਵੱਧਦਾ ਹੈ ਅਤੇ ਉਹਨੂੰ ਹੱਲਾਸ਼ੇਰੀ ਮਿਲਦੀ ਹੈ ਅਤੇ ਸਹੀ ਕੰਮ ਕਰਦੇ ਰਹਿਣ ਦੀ ਪ੍ਰੇਰਨਾ ਵੀ ਮਿਲਦੀ ਹੈ। ਮਨੋਬਲ ਉੱਚਾ ਹੁੰਦਾ ਹੈ ਅਤੇ ਢਹਿੰਦੀਆਂ ਗੱਲਾਂ ਤੋਂ ਅਸੀਂ ਦੂਰ ਚਲੇ ਜਾਂਦੇ ਹਾਂ। ਜੇਕਰ ਅਸੀਂ ਦੂਜਿਆਂ ਦੇ ਕੰਮਾਂ ਵਿੱਚ ਦਿਲਚਸਪੀ ਲਈਏ ਅਤੇ ਉਹਨਾਂ ਦੇ ਚੰਗੇ ਗੁਣ ਦੇਖੀਏ ਅਤੇ ਉਹਨਾਂ ਦੀ ਸ਼ਲਾਘਾ ਕਰੀਏ ਤਾਂ ਦੁਨੀਆ ਦਾ ਰੁੱਖ ਹੀ ਬਦਲ ਜਾਵੇਗਾ। ਨਾਮਵਰ ਪੰਜਾਬੀ ਦਾਰਸ਼ਨਿਕ TR ਸ਼ਰਮਾ ਪਟਿਆਲਾ ਲਿਖਦੇ ਹਨ, ਇੱਕ ਦਿਨ ਸ਼ੇਖ ਸਾਦੀ ਦੁਪਹਿਰ ਵੇਲੇ ਬਲਦੀ ਧੁੱਪ ਵਿੱਚ ਨੰਗੇ ਪੈਰ ਸੜਕ ਉੱਤੇ ਤੁਰਿਆ ਜਾ ਰਿਹਾ ਸੀ। ਸੂਰਜ ਦੀਆਂ ਸਿੱਧੀਆਂ ਪੈਰੀਆਂ ਕਿਰਨਾਂ ਉੱਪਰੋਂ ਸਿਰ ਨੂੰ ਸਾੜ ਰਹੀਆਂ ਸਨ ਅਤੇ ਥੱਲੇ ਗਰਮ ਪਈ ਰੇਤ ਪੈਰਾਂ ਨੂੰ ਭੁੰਨ ਰਹੀ ਸੀ। ਸ਼ੇਖ ਸਾਦੀ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ ਕਿ ਉਸ ਕੋਲ ਜੁੱਤੀ ਲੈਣ ਜੋਗੇ ਵੀ ਪੈਸੇ ਨਹੀਂ ਹਨ। ਤੁਰੇ ਜਾਂਦੇ ਸਾਦੀ ਦੀ ਨਿਗਾਹ ਇੱਕ ਲੂਲੇ 'ਤੇ ਪਈ ਜਿਸ ਦੀਆਂ ਦੋਨੇ ਲੱਤਾਂ ਬੇਕਾਰ ਹੋ ਚੁੱਕੀਆਂ ਸਨ ਅਤੇ ਉਹ ਤੁਰਨ ਤੋਂ ਵੀ ਅਸਮਰੱਥ ਸੀ। ਇਹ ਦੇਖ ਕੇ ਸਾਦੀ ਸੋਚਣ ਲੱਗਾ ਕਿ ਉਹਦੇ ਕੋਲ ਘੱਟੋ ਘੱਟ ਤੁਰਨ ਲਈ ਲੱਤਾਂ ਅਤੇ ਪੈਰ ਤਾਂ ਹਨ। ਇਸ ਕਹਾਣੀ ਵਿੱਚ ਬੜੀ ਗਹਿਰੀ ਫਿਲਾਸਫੀ ਹੈ ਜੋ ਇਨਸਾਨ ਨੂੰ ਸੰਤੋਖ ਦਿੰਦੀ ਹੈ, ਵਰਨਾ ਉਹ ਆਪਣੇ ਆਪ ਨੂੰ ਬਦਨਸੀਬ ਕਹਿ ਕੇ ਦੁਖੀ ਹੁੰਦਾ ਰਹਿੰਦਾ ਹੈ। ਜੇ ਤੁਸੀਂ ਮਾੜਾ ਮੋਟਾ ਵੀ ਪੜ੍ਹਨਾ ਲਿਖਣਾ ਜਾਣਦੇ ਹੋ ਤਾਂ ਤੁਸੀਂ 30 ਕਰੋੜ ਹਿੰਦੁਸਤਾਨੀਆਂ ਨਾਲੋਂ ਚੰਗੇ ਹੋ ਜੋ ਬਿਲਕੁਲ ਹੀ ਨਿਰੱਖਰ ਹਨ। ਜੇ ਤੁਹਾਡੇ ਕੋਲ ਛੋਟਾ ਮੋਟਾ ਵੀ ਕੋਈ ਰੁਜ਼ਗਾਰ ਹੈ ਤਾਂ ਤੁਸੀਂ 35 ਕਰੋੜ ਇਨਸਾਨਾਂ ਤੋਂ ਬਿਹਤਰ ਸਥਿਤੀ ਵਿੱਚ ਹੋ ਜੋ ਦਿਹਾੜੀਆਂ ਦੀ ਭਾਲ ਵਿੱਚ ਮਾਰੇ ਫਿਰਦੇ ਹਨ। ਜੇ ਤੁਹਾਨੂੰ ਖੂਹ, ਹੈਂਡ ਪੰਪ ਜਾਂ ਟੂਟੀ ਦਾ ਪਾਣੀ ਪੀਣ ਨੂੰ ਮਿਲਦਾ ਹੈ ਤਾਂ ਤੁਸੀਂ 1 ਕਰੋੜ ਹਿੰਦੁਸਤਾਨੀ ਪਰਿਵਾਰਾਂ ਨਾਲੋਂ ਚੰਗੇ ਹੋ ਜਿਹੜੇ ਮੁਸਾਫਰਖਾਨਿਆਂ, ਬੱਸ ਅੱਡਿਆਂ ਜਾਂ ਸੜਕ ਕਿਨਾਰੇ ਬਣੀਆਂ ਪਟੜੀਆਂ ਨੂੰ ਆਪਣਾ ਘਰ ਕਹਿੰਦੇ ਹਨ। ਜੇ ਤੁਹਾਡੀ ਸਿਹਤ ਚੰਗੀ ਹੈ ਤਾਂ ਤੁਸੀਂ ਉਹਨਾਂ 10 ਲੱਖ ਰੋਗੀਆਂ ਨਾਲੋਂ ਚੰਗੇ ਹੋ ਜਿਨ੍ਹਾਂ ਨੇ ਹਫ਼ਤੇ ਦੇ ਅੰਦਰ ਦਮ ਤੋੜ ਦੇਣਾ ਹੈ। ਸਿਹਤ ਦੇ ਸੁੱਖ ਬਾਰੇ ਜਤਿੰਦਰ ਸਿੰਘ ਕਰਮਯੋਗੀ ਲਿਖਦਾ ਹੈ ਕਿ ਬੈਂਕਾਕ ਵਿੱਚ ਮੈਂ ਉਸ ਆਦਮੀ ਨੂੰ ਮਿਲ ਚੁੱਕਾ ਹਾਂ ਜਿਸ ਨੇ ਕਿਸੇ ਪੰਡਤ ਦੇ ਕਹਿਣ 'ਤੇ ਆਪਣਾ ਜੀਵਨ ਸੁਖੀ ਬਣਾਉਣ ਲਈ ਆਪਣੇ ਖੱਬੇ ਹੱਥ ਦੀਆਂ 3 ਉਂਗਲਾਂ ਵਿੱਚ 17 ਲੱਖ ਦੇ ਨਗਾਂ ਵਾਲੀਆਂ 3 ਮੁੰਦਰੀਆਂ ਪਈਆਂ ਹੋਈਆਂ ਸਨ। ਕਹਿੰਦੇ ਹਨ ਕਿ ਮਹਾਰਾਜਾ ਪਟਿਆਲਾ ਆਪਣੇ ਸੁੱਖ ਲਈ ਜਿਹੜੀ ਸ਼ਰਾਬ ਪੀਂਦਾ ਸੀ ਉਹਦੇ ਇੱਕ ਪੈਗ ਦੀ ਕੀਮਤ ਲਗਭਗ 5000 ਰੁਪਏ ਹੁੰਦੀ ਸੀ। ਦੂਜੇ ਪਾਸੇ ਦੀਵਾਨ ਜਰਮੀ ਦਾਸ ਨੇ ਆਪਣੀ ਕਿਤਾਬ ਮਹਾਰਾਜਾ ਵਿੱਚ ਇਹਨਾਂ ਰਾਜਿਆਂ ਦੀਆਂ ਕਰਤੂਤਾਂ ਦੇ ਕੱਚੇ ਚਿੱਠੇ ਵੀ ਛਾਪੇ ਹਨ ਕਿ ਸਟੇਟ ਦੀ 85% ਦੌਲਤ ਇਹ ਆਪਣੀਆਂ ਅਯਾਸ਼ੀਆਂ 'ਤੇ ਬਰਬਾਦ ਕਰਦੇ ਸਨ। ਜੇਕਰ ਸਾਡੇ ਰਾਜੇ ਮਹਾਰਾਜੇ ਇਹੋ ਜਿਹੀਆਂ ਕਰਤੂਤਾਂ ਕਰਦੇ ਸਨ ਤਾਂ ਇਹ ਉਹਨਾਂ ਦੀਆਂ ਸ਼ਖਸੀਅਤਾਂ ਦਾ ਸ਼ੀਸ਼ਾ ਹੈ, ਜਦੋਂ ਕਿ ਆਮ ਲੋਕਾਈ ਕੋਲ ਮੁੱਢਲੀਆਂ ਸਹੂਲਤਾਂ ਵੀ ਨਹੀਂ ਸਨ। ਇਹ ਜ਼ਰੂਰੀ ਨਹੀਂ ਕਿ ਬਹੁਤੇ ਅਮੀਰ ਲੋਕਾਂ ਕੋਲ ਨਿਰੋਈ ਸਿਹਤ ਹੋਵੇ। ਜਤਿੰਦਰ ਸਿੰਘ ਕਰਮਯੋਗੀ ਲਿਖਦਾ ਹੈ ਕਿ ਤੁਸੀਂ ਧਨ ਦੌਲਤ ਨਾਲ ਵਿਦੇਸ਼ਾਂ ਤੋਂ ਆਰਕੀਟੈਕਟ ਮੰਗਵਾ ਕੇ ਇੱਕ ਵਿਸ਼ਾਲ ਕੋਠੀ ਬਣਵਾ ਸਕਦੇ ਹੋ, ਪਰ ਇਹ ਜ਼ਰੂਰੀ ਨਹੀਂ ਕਿ ਉਸ ਮਕਾਨ ਵਿੱਚ ਰਹਿੰਦਿਆਂ ਤੁਹਾਨੂੰ ਘਰ ਵਰਗਾ ਸੁੱਖ ਪ੍ਰਾਪਤ ਹੋਵੇ। ਤੁਸੀਂ ਪੈਸੇ ਜਾਂ ਰੁਤਬੇ ਨਾਲ ਮਨਚਾਹੀ ਔਰਤ ਜਾਂ ਮਰਦ ਨਾਲ ਸ਼ਾਦੀ ਕਰ ਸਕਦੇ ਹੋ, ਪਰ ਇਹ ਜ਼ਰੂਰੀ ਨਹੀਂ ਕਿ ਉਸ ਔਰਤ ਜਾਂ ਮਰਦ ਤੋਂ ਪੈਦਾ ਹੋਈ ਸੰਤਾਨ ਤੋਂ ਵੀ ਸੁੱਖ ਪ੍ਰਾਪਤ ਹੋ ਸਕੇ। ਤੁਸੀਂ ਕੀਮਤੀ ਪਲੰਘ ਅਤੇ ਬਿਸਤਰਾ ਤਾਂ ਖਰੀਦ ਸਕਦੇ ਹੋ, ਪਰ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਨੀਂਦ ਦਾ ਅਸਲ ਸੁੱਖ ਪ੍ਰਾਪਤ ਹੋ ਸਕੇ। ਤੁਸੀਂ ਪੈਸੇ ਨਾਲ ਦੇਸ਼ ਵਿਦੇਸ਼ ਤੋਂ ਵਿਟਾਮਿਨ, ਪ੍ਰੋਟੀਨ ਅਤੇ ਆਇਰਨ ਆਦਿ ਦੇ ਕੈਪਸੂਲ ਤਾਂ ਖਰੀਦ ਸਕਦੇ ਹੋ। ਗੁਰਦੇ, ਗੋਡਿਆਂ ਦੀਆਂ ਚਪੜੀਆਂ ਅਤੇ ਸਰੀਰ ਦੇ ਹੋਰ ਅੰਗ ਵੀ ਫਿੱਟ ਕਰਵਾ ਸਕਦੇ ਹੋ। ਦਿਲ ਦੀ ਬਾਈਪਾਸ ਸਰਜਰੀ ਵੀ ਕਰਵਾ ਸਕਦੇ ਹੋ, ਪਰ ਪੈਸੇ ਨਾਲ ਕੁਦਰਤੀ ਤੰਦਰੁਸਤੀ ਦਾ ਸੁੱਖ ਪ੍ਰਾਪਤ ਨਹੀਂ ਕਰ ਸਕਦੇ। ਜੇ ਸਾਡੀਆਂ ਗਿਆਨ ਇੰਦਰੀਆਂ ਅਤੇ ਨਰਮ ਇੰਦਰੀਆਂ, ਅੱਖ, ਨੱਕ, ਕੰਨ, ਜੀਭ, ਚਮੜੀ, ਮੂੰਹ, ਲਿੰਗ ਅਤੇ ਗੁੱਦਾ ਤੰਦਰੁਸਤ ਹਨ, ਮਨ ਨੂੰ ਸ਼ਾਂਤੀ ਹੈ, ਬੁੱਧੀ ਵਿੱਚ ਹੰਕਾਰ ਨਹੀਂ ਹੈ, ਤਾਂ ਸਮਝੋ ਸੁੱਖ ਹੀ ਸੁੱਖ ਹੈ। ਇਹ ਸੋਚਣ ਅਤੇ ਸਮਝਣ ਵਾਲੀ ਗੱਲ ਹੈ ਕਿ ਅਸੀਂ ਉਹਨਾਂ ਲੋਕਾਂ ਤੋਂ ਕਿੰਨੇ ਬਿਹਤਰ ਹਾਂ ਜਿਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਅਲਾਮਤਾਂ ਲੱਗੀਆਂ ਹਨ। ਨਾ ਤਾਂ ਹੁੰਦੇ ਸੁੰਦੇ ਉਹ ਖਾ ਪੀ ਸਕਦੇ ਹਨ ਅਤੇ ਨਾ ਹੀ ਚੰਗੇ ਕੱਪੜੇ ਪਹਿਨ ਕੇ ਕਿਤੇ ਬਾਹਰ ਜਾ ਸਕਦੇ ਹਨ। ਅਗਰ ਸਾਡੇ ਕੋਲ ਸੋਨੇ ਦੀਆਂ ਇੱਟਾਂ ਅਤੇ ਸੋਨੇ ਦੇ ਬਿਸਕੁਟ ਹਨ, ਉਹਨਾਂ ਨੂੰ ਪੇਟ ਦੀ ਭੁੱਖ ਮਿਟਾਉਣ ਲਈ ਖਾਇਆ ਨਹੀਂ ਜਾ ਸਕਦਾ।
ਜਤਿੰਦਰ ਸਿੰਘ ਕਰਮਯੋਗੀ ਸੁਖੀ ਸਰੀਰ ਦੀ ਪਹਿਚਾਣ ਇਸ ਤਰ੍ਹਾਂ ਕਰਦਾ ਹੈ, ਜਿਹੜਾ ਸਰੀਰ ਆਪਣੇ ਆਪ ਵਿੱਚ ਸੰਪੂਰਨ ਹੋਵੇ, ਸਾਰੇ ਕੰਮ ਖੁਦ ਕਰ ਸਕੇ ਅਤੇ ਬੁਢਾਪੇ ਵਿੱਚ ਵੀ ਕਿਸੇ 'ਤੇ ਨਿਰਭਰ ਨਾ ਹੋਵੇ, ਗਹਿਰੀ ਨੀਂਦ ਆਉਂਦੀ ਹੋਵੇ, ਸਾਰੀਆਂ ਇੰਦਰੀਆਂ ਅਤੇ ਕਿਰਿਆ ਪ੍ਰਣਾਲੀਆਂ ਆਪੋ ਆਪਣਾ ਕੰਮ ਠੀਕ ਤਰ੍ਹਾਂ ਨਾਲ ਕਰਦੀਆਂ ਹੋਣ, ਖੁੱਲ੍ਹ ਕੇ ਮਲ ਮੂਤਰ ਦਾ ਤਿਆਗ ਕਰਨ ਦੀ ਸਮਰੱਥਾ ਹੋਵੇ, ਕੰਮ ਕਰਨ ਦੀ ਅਥਾਹ ਸ਼ਕਤੀ, ਚੁਸਤੀ ਫੁਰਤੀ ਹੋਵੇ ਅਤੇ ਚਿਹਰੇ ਅਥਵਾ ਚਮੜੀ ਦੇ ਖਾਸ ਕਿਸਮ ਦੀ ਚਮਕ ਹੋਵੇ। ਜਿਸ ਸਰੀਰ ਨੂੰ ਭੁੱਖ ਲੱਗਦੀ ਹੈ ਅਤੇ ਭੋਜਨ ਹਜਮ ਹੁੰਦਾ ਹੋਵੇ। ਸੋਵੀਅਤ ਯੂਨੀਅਨ ਦਾ ਪ੍ਰਸਿੱਧ ਲੇਖਕ ਮੈਗਜ਼ਿਮ ਗੋਰਕੀ ਇੱਕ ਵਾਰ ਜਦ ਅਮਰੀਕਾ ਗਿਆ ਹੋਇਆ ਸੀ ਤਾਂ ਉਹਨੇ ਆਪਣੇ ਪ੍ਰਸ਼ੰਸਕਾਂ ਕੋਲ ਆਪਣੀ ਇੱਕ ਖਾਸ ਪ੍ਰਗਟ ਕੀਤੀ ਕਿ ਉਹ ਅਮਰੀਕਾ ਦੇ ਸਭ ਤੋਂ ਅਮੀਰ ਆਦਮੀ ਨੂੰ ਮਿਲਣਾ ਚਾਹੁੰਦਾ ਹੈ। ਕਿਸੇ ਨਾ ਕਿਸ ਤਰ੍ਹਾਂ ਮੀਟਿੰਗ ਦਾ ਬੰਦੋਬਸਤ ਹੋ ਗਿਆ, ਪਰ ਉਸ ਅਮੀਰ ਆਦਮੀ ਨੇ ਸਿਰਫ 5 ਮਿੰਟ ਹੀ ਦਿੱਤੇ। ਮੀਟਿੰਗ ਦੇ ਦੌਰਾਨ ਉਸ ਆਦਮੀ ਨੂੰ ਗੋਰਕੀ ਨੇ ਪੁੱਛਿਆ ਕਿ ਉਹ ਸਾਰੇ ਦਿਨ ਵਿੱਚ ਕੀ ਖਾਂਦਾ ਹੈ, ਤਾਂ ਉਹਨੇ ਜਵਾਬ ਦਿੱਤਾ, 1 ਕੱਪ ਬੈੱਡ ਟੀ, ਨਾਸ਼ਤੇ ਵਿੱਚ ਅੱਧਾ ਕੱਪ ਸੰਤਰੇ ਦਾ ਰਸ ਅਤੇ 1 ਟੋਸਟ, ਲੰਚ ਵਿੱਚ ਅੱਧਾ ਬਾਊਲ ਚਿਕਨ ਸੂਪ ਬਿਨਾਂ ਨਮਕ ਮਿਰਚ ਤੋਂ ਅਤੇ 1 ਬ੍ਰੈਡ ਸਲਾਈਸ, ਡਿਨਰ ਵਿੱਚ 20 ਗ੍ਰਾਮ ਉਬਲੀ ਹੋਈ ਸਬਜ਼ੀ ਅਤੇ 1 ਟੋਸਟ। ਇੰਨੇ ਵਿੱਚ ਮੀਟਿੰਗ ਦਾ ਸਮਾਂ ਖਤਮ ਹੋ ਗਿਆ ਅਤੇ ਗੋਰਕੀ ਵਾਪਸ ਆ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਨਿਰੋਗ ਸਰੀਰ ਦਾ ਆਨੰਦ ਮਾਣਨ ਲਈ ਜ਼ਰੂਰੀ ਨਹੀਂ ਕਿ ਮਹਿੰਗੇ ਭੋਜਨ ਹੀ ਖਾਧੇ ਜਾਣ ਅਤੇ ਸਾਨੂੰ ਬਹੁਤੇ ਪੈਸੇ ਦੀ ਵੀ ਲੋੜ ਨਹੀਂ ਹੈ। ਨਿਰੋਗ ਸਿਹਤ ਅਤੇ ਸੰਤੁਲਿਤ ਹਲਕਾ ਫੁਲਕਾ ਭੋਜਨ ਕਰੋੜਾਂ ਅਮੀਰ ਜ਼ਾਦਿਆਂ ਨਾਲੋਂ ਬਿਹਤਰ ਹੈ। ਜਤਿੰਦਰ ਸਿੰਘ ਕਰਮਯੋਗੀ ਇਸ ਗੱਲ ਨੂੰ ਇੱਕ ਉਦਾਹਰਨ ਦੇ ਕੇ ਸਾਡੇ ਲਈ ਹੋਰ ਸੁਖਾਲੀ ਕਰ ਦਿੰਦਾ ਹੈ, ਜਿਹਦੇ ਨਾਲ ਸਾਨੂੰ ਸਪਸ਼ਟ ਸ਼ਬਦਾਂ ਵਿੱਚ ਸਮਝ ਲੱਗ ਜਾਂਦੀ ਹੈ। ਉਹ ਲਿਖਦਾ ਹੈ, ਮੋਹਾਲੀ ਚੰਡੀਗੜ੍ਹ ਵਿੱਚ ਰਹਿੰਦੇ ਮੇਰੇ ਇੱਕ ਦੋਸਤ ਕੋਲ 3 ਮੰਜ਼ਿਲਾ ਮਕਾਨ ਹੈ। ਸਾਰੇ ਮਕਾਨ ਵਿੱਚ ਮਾਰਬਲ ਲੱਗਾ ਹੋਇਆ ਹੈ, ਵਧੀਆ ਟੀਕਵੁੱਡ ਦਾ ਫਰਨੀਚਰ ਹੈ ਅਤੇ ਆਰਾਮ ਦੇ ਲੋੜ ਨਾਲੋਂ ਵਧੀਆ ਸਾਧਨ ਹਨ। ਉਹ ਆਪਣੀ ਜਵਾਨੀ ਵਿੱਚ 6-7 ਕੱਚੇ ਆਂਡੇ ਦੁੱਧ ਵਿੱਚ ਪਾ ਕੇ ਪੀਂਦਾ ਹੁੰਦਾ ਸੀ। ਪਤਾ ਨਹੀਂ ਕਿਉਂ 2 ਮਹੀਨੇ ਹੋਏ ਮੈਨੂੰ ਪਤਾ ਲੱਗਿਆ ਕਿ PGI ਦੇ ਡਾਕਟਰਾਂ ਨੇ 4-5 ਮਹੀਨੇ ਲਈ ਪੂਰੀ ਤਰ੍ਹਾਂ ਰੈਸਟ ਕਰਨ ਲਈ ਆਖਿਆ ਅਤੇ ਨਾਲ ਹੀ ਤਕੀਦ ਕੀਤੀ ਕਿ ਉਹ ਸਿਰਫ ਉਬਲੀਆਂ ਸਬਜ਼ੀਆਂ ਹੀ ਖਾਵੇ, ਉਹ ਭੁੰਜੇ ਚਟਾਈ ਵਿਛਾ ਕੇ ਸੋਵੇ, ਸਕੂਟਰ ਅਤੇ ਕਾਰ ਬਿਲਕੁਲ ਨਾ ਚਲਾਵੇ, ਸਿਗਰਟ, ਵਿਸਕੀ, ਬੀਅਰ, ਚਿਕਨ ਅਤੇ ਆਂਡਿਆਂ ਦੇ ਸਵਾਦ ਨੂੰ ਆਪਣੀ ਯਾਦ ਸ਼ਕਤੀ ਵਿੱਚੋਂ ਹਮੇਸ਼ਾ ਲਈ ਕੱਢ ਦੇਵੇ, ਦਵਾਈ ਨਿਯਮ ਅਨੁਸਾਰ ਹਰ 3 ਘੰਟੇ ਬਾਅਦ ਖਾਵੇ। ਹੁਣ ਜੁਲਾਈ ਅਗਸਤ ਦੇ ਮਹੀਨੇ ਉਸ ਦੇ ਨਾਲ ਵਾਲੇ ਸਾਥੀ ਉਸ ਦੇ ਘਰ ਦੇ ਸਾਹਮਣੇ ਵਾਲੇ ਗਰਾਊਂਡ ਵਿੱਚ ਵਾਲੀਬਾਲ ਖੇਡਦੇ ਹੋਏ ਜਦੋਂ ਜੀਵਨ ਦਾ ਸੁੱਖ ਅਤੇ ਅਸਲ ਆਨੰਦ ਮਾਣ ਰਹੇ ਹੁੰਦੇ ਹਨ, ਉਹ ਚਟਾਈ 'ਤੇ ਪਿਆ ਆਪਣੇ ਹੀ ਪਾਠਾਂ ਗਿਆਰਾਂ ਨੂੰ ਸੇਕ ਰਿਹਾ ਹੁੰਦਾ ਹੈ। ਜ਼ਿੰਦਗੀ ਨੂੰ ਕੁਦਰਤੀ ਤੌਰ 'ਤੇ ਜੀਵਨ ਅਤੇ ਨਿਰੋਈ ਰੱਖਣ ਲਈ ਜੋ 2-3 ਜ਼ਰੂਰੀ ਚੀਜ਼ਾਂ ਹਨ ਉਹ ਸਾਨੂੰ ਮੁਫਤ ਵਿੱਚ ਮਿਲੀਆਂ ਹੋਈਆਂ ਹਨ, ਜਿਵੇਂ ਹਵਾ, ਪਾਣੀ ਅਤੇ ਧੁੱਪ। ਇਹ ਸਾਨੂੰ ਨਾ ਮਿਲਣ ਤਾਂ ਸਾਡੀ ਸਾਰੀ ਜ਼ਿੰਦਗੀ ਦੁੱਭਰ ਹੋ ਜਾਵੇਗੀ। ਧਨ ਦੌਲਤਾਂ ਅਨੁਪਾਤੀ ਚੀਜ਼ਾਂ ਹਨ, ਕਿਸੇ ਕੋਲ ਥੋੜ੍ਹਾ ਘੱਟ ਅਤੇ ਕਿਸੇ ਕੋਲ ਥੋੜ੍ਹਾ ਜ਼ਿਆਦਾ। ਸਾਡੀ ਸੋਚ ਦਾ ਹਾਂ ਪੱਖੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸੋਚ ਤੋਂ ਬਾਅਦ ਬੋਲ ਅਤੇ ਫਿਰ ਐਕਸ਼ਨ ਪੈਦਾ ਹੋ ਸਕਦਾ ਹੈ। ਸਹੀ ਜਾਣਕਾਰੀ ਸਾਨੂੰ ਕਈ ਤਰ੍ਹਾਂ ਦੀਆਂ ਲੜਾਈਆਂ, ਝਗੜਿਆਂ ਅਤੇ ਮੁਕੱਦਮੇਬਾਜ਼ੀਆਂ ਤੋਂ ਦੂਰ ਰੱਖਦੀ ਹੈ। ਇਸੇ ਕਰਕੇ TR ਸ਼ਰਮਾ ਪਟਿਆਲਾ ਜੀ ਲਿਖਦੇ ਹਨ ਕਿ ਜੇ ਤੁਹਾਡੀ ਕਿਸੇ ਨਾਲ ਲੜਾਈ ਨਹੀਂ ਹੈ, ਕਿਸੇ ਨਾਲ ਝਗੜਾ ਜਾਂ ਮੁਕੱਦਮੇਬਾਜ਼ੀ ਨਹੀਂ ਹੈ, ਖਾਣ ਨੂੰ 2 ਵੇਲੇ ਦੀ ਰੋਟੀ ਮਿਲ ਜਾਂਦੀ ਹੈ, ਤਾਂ ਤੁਸੀਂ ਸੰਸਾਰ ਦੇ 50 ਕਰੋੜ ਇਨਸਾਨਾਂ ਤੋਂ ਬਿਹਤਰ ਹੋ ਜੋ 24 ਘੰਟੇ ਮੁਕੱਦਮੇਬਾਜ਼ੀ ਦੇ ਫਿਕਰ ਵਿੱਚ ਡੁੱਬੇ ਰਹਿੰਦੇ ਹਨ। ਜੇ ਤੁਹਾਡੀ ਰਸੋਈ ਵਿੱਚ ਦਾਲ ਸਬਜ਼ੀ ਹੈ, ਗੁੰਨਿਆ ਹੋਇਆ ਆਟਾ ਪਿਆ ਹੈ, ਸਰੀਰ ਉੱਪਰ ਕੱਪੜੇ ਹਨ, ਸਿਰ 'ਤੇ ਛੱਤ ਹੈ, ਸੌਣ ਲਈ ਮੰਜਾ ਬਿਸਤਰਾ ਹੈ, ਚਾਹ ਪੀਣ ਲਈ ਥੋੜ੍ਹਾ ਬਹੁਤ ਦੁੱਧ ਪਿਆ ਹੈ, ਤਾਂ ਤੁਸੀਂ ਸੰਸਾਰ ਦੇ 5 ਅਰਬ ਇਨਸਾਨਾਂ ਨਾਲੋਂ ਅਮੀਰ ਹੋ ਅਤੇ ਆਪਣੇ ਆਪ ਨੂੰ ਗਰੀਬ ਕਹਿ ਕੇ ਤੁਸੀਂ ਗਰੀਬਾਂ ਨਾਲ ਬੇਇਨਸਾਫੀ ਕਰ ਰਹੇ ਹੋ। ਜੇ ਤੁਹਾਡੇ ਕੋਲ ਬੈਂਕ ਵਿੱਚ 4 ਪੈਸੇ ਜਮ੍ਹਾਂ ਹਨ, ਜੇਬ ਵਿੱਚ ਵੀ ਕੁਝ ਨਕਦੀ ਹੈ ਜਾਂ ਅਲਮਾਰੀ ਵਿੱਚ 2-3 ਜੋੜੇ ਕੱਪੜਿਆਂ ਦੇ ਵੀ ਹਨ, ਤੁਹਾਡੇ ਬੱਚੇ ਕਿਸੇ ਸਕੂਲ ਵਿੱਚ ਪੜ੍ਹਦੇ ਹਨ, ਤਾਂ ਤੁਹਾਡੀ ਗਿਣਤੀ ਸੰਸਾਰ ਦੇ ਉੱਪਰਲੇ 8% ਲੋਕਾਂ ਵਿੱਚ ਕੀਤੀ ਜਾ ਸਕਦੀ ਹੈ। ਜੇ ਤੁਹਾਡੇ ਦੋਵੇਂ ਮਾਪੇ ਜੀਂਦੇ ਹਨ, ਤੁਹਾਡਾ ਵਿਆਹ ਹੋ ਚੁੱਕਾ ਹੈ, ਤੁਹਾਡੇ ਕੋਲ ਨੌਕਰੀ ਵੀ ਹੈ ਅਤੇ ਆਪਣਾ ਮਕਾਨ ਵੀ ਹੈ, ਤਾਂ ਤੁਸੀਂ ਸੱਚਮੁੱਚ ਦੁਰਲੱਭ ਸੱਜਣ ਹੋ। ਬਿਰਲਾ ਬੰਦਾ ਹੀ ਤੁਹਾਡੇ ਵਰਗਾ ਹੋ ਸਕਦਾ ਹੈ। ਜੇ ਤੁਸੀਂ ਸਿਰ ਉੱਚਾ ਕਰਕੇ ਤੁਰ ਸਕਦੇ ਹੋ, ਤੁਹਾਡੇ ਚਿਹਰੇ 'ਤੇ ਮੁਸਕਰਾਹਟ ਹੈ ਅਤੇ ਤੁਸੀਂ ਖੁੱਲ੍ਹ ਕੇ ਹੱਸ ਵੀ ਸਕਦੇ ਹੋ ਅਤੇ ਕਿਸੇ ਲੋੜਵੰਦ ਦੀ ਮਾੜੀ ਮੋਟੀ ਸਹਾਇਤਾ ਵੀ ਕਰ ਸਕਦੇ ਹੋ, ਤਾਂ ਤੁਸੀਂ ਬਹੁਤ ਹੀ ਖੁਸ਼ਕਿਸਮਤ ਹੋ, ਕਿਉਂਕਿ ਲੱਖਾਂ ਹੀ ਨਹੀਂ ਕਰੋੜਾਂ ਲੋਕ ਅਜਿਹੇ ਹਨ ਜੋ ਅਜਿਹਾ ਨਹੀਂ ਕਰ ਸਕਦੇ, ਅਜਿਹਾ ਕਰਨ ਦੀ ਸਮਰੱਥਾ ਰੱਖਦੇ ਹਨ ਪਰ ਅਜਿਹਾ ਕਰਦੇ ਨਹੀਂ। ਆਮ ਇਨਸਾਨਾਂ ਦੀ ਆਦਤ ਹੈ ਉਹ ਰੋਂਦੇ ਹੀ ਰਹਿੰਦੇ ਹਨ। ਸਭ ਕੁਝ ਹੁੰਦੇ ਸੁਣਦੇ ਵੀ ਉਹ ਸਰਕਾਰ ਨੂੰ, ਗੁਆਂਢੀਆਂ ਨੂੰ, ਅਮੀਰ ਲੋਕਾਂ ਨੂੰ ਅਤੇ ਮੰਗਤਿਆਂ ਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਹਨ, ਕਿਸਮਤ ਨੂੰ ਕੋਸਦੇ ਰਹਿੰਦੇ ਹਨ ਅਤੇ ਗਿੱਲੇ ਗੋਟੇ ਵਾਂਗ ਸੁਲਗਦੇ ਰਹਿੰਦੇ ਹਨ। ਲੀਰਾਂ ਪਾ ਕੇ ਗੁਜ਼ਾਰਾ ਕਰਦੇ ਹਨ, ਬੱਚਿਆਂ ਨੂੰ, ਬੀਵੀ ਨੂੰ ਝਿੜਕਦੇ ਹਨ ਅਤੇ ਅੰਤ ਨੂੰ ਲੱਖਾਂ ਰੁਪਈਆ ਛੱਡ ਕੇ ਤੁਰਦੇ ਬਣਦੇ ਹਨ। ਸਬਰ, ਸੰਤੋਖ ਕਰ ਲੈਣਾ, ਥੋੜ੍ਹੇ ਵਿੱਚ ਸਾਰ ਲੈਣਾ ਅਜਿਹਾ ਸਬਕ ਹੈ ਜੋ ਹਰੇਕ ਨੂੰ ਸਿੱਖਣਾ ਚਾਹੀਦਾ ਹੈ। ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦਾ ਇਹ ਇੱਕ ਸੁਨਹਿਰੀ ਅਤੇ ਕਾਰਗਰ ਸਿਧਾਂਤ ਹੈ।
ਇਹਦਾ ਅਰਥ ਇਹ ਨਹੀਂ ਕਿ ਸਾਨੂੰ ਅੱਗੇ ਵਧਣ ਜਾਂ ਉੱਨਤੀ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਕਰਮ ਕਰਨਾ, ਯਤਨ ਕਰਨਾ, ਅੱਗੇ ਵਧਣਾ, ਜ਼ਿੰਦਗੀ ਨੂੰ ਸੌਖੀ ਅਤੇ ਆਰਾਮਦੇਹ ਬਣਾਉਣਾ ਚਾਹੀਦਾ ਹੈ, ਪਰ ਅੱਖਾਂ ਨੂੰ ਆਸਮਾਨ ਵੱਲ ਹੀ ਨਹੀਂ ਲਗਾਏ ਰੱਖਣਾ ਚਾਹੀਦਾ, ਜ਼ਮੀਨ ਵੱਲ ਵੀ ਦੇਖਣਾ ਚਾਹੀਦਾ ਹੈ। ਗਰੀਬੀ ਇਨਸਾਨ ਨੂੰ ਇੰਨਾ ਪਰੇਸ਼ਾਨ ਨਹੀਂ ਕਰਦੀ ਜਿੰਨਾ ਲਾਲਚ ਜਾਂ ਬੇਸਬਰੀ ਕਰਦੀ ਹੈ। ਇਨਸਾਨ ਦੇ ਆਪਣੇ ਨਿਰੰਤਰ ਉਦਮ ਕਰਦੇ ਰਹਿਣ ਦੇ ਫਲਸਰੂਪ ਇਨਸਾਨ ਨੂੰ ਬੇਸ਼ੁਮਾਰ ਨਿਯਮਤਾਂ ਪ੍ਰਾਪਤ ਹਨ ਜੋ ਉਸ ਦੇ ਖੁਸ਼ ਰਹਿਣ ਲਈ ਆਮ ਤੌਰ 'ਤੇ ਕਾਫੀ ਹੁੰਦੀਆਂ ਹਨ। ਜੇ ਤੁਹਾਨੂੰ ਕਿਸੇ ਦੀ ਮਦਦ ਕਰਕੇ, ਕਿਸੇ ਨੂੰ ਰੋਟੀ ਖਵਾ ਕੇ, ਕਿਸੇ ਨੰਗੇ ਦਾ ਸਰੀਰ ਢੱਕ ਕੇ, ਕਿਸੇ ਅਨਪੜ੍ਹ ਨੂੰ ਅੱਖਰ ਗਿਆਨ ਦੇ ਕੇ, ਕਿਸੇ ਦੀ ਤਕਲੀਫ ਨਿਵਾਰਨ ਕਰਕੇ, ਕਿਸੇ ਨੂੰ ਰੁਜ਼ਗਾਰ ਦੇ ਕੇ, ਕਿਸੇ ਦਾ ਧੰਨਵਾਦ ਕਰਕੇ, ਕਿਸੇ ਨੂੰ ਹੌਸਲਾ ਦੇ ਕੇ ਅਤੇ ਕਿਸੇ ਨੂੰ ਰਾਹ ਦੱਸ ਕੇ ਖੁਸ਼ੀ ਹੁੰਦੀ ਹੈ ਤਾਂ ਯਕੀਨ ਜਾਣੋ ਤੁਸੀਂ ਬਹੁਤ ਹੀ ਖੁਸ਼ਕਿਸਮਤ ਹੋ, ਬਲਕਿ ਫਰਿਸ਼ਤੇ ਹੋ। ਟੋਕਾ ਟਾਕੀ ਅਤੇ ਨੋਕ ਝੋਕ ਸਾਡਾ ਖੂਨ ਦਾ ਦਬਾਅ ਵਧਾਉਣ ਵਿੱਚ ਮਦਦ ਕਰਦੀ ਹੈ, ਜਦੋਂ ਕਿ ਤਾਰੀਫੀ ਮਿੱਠੇ ਬੋਲ ਸਾਡਾ ਅਤੇ ਦੂਸਰੇ ਦਾ ਵੀ ਮਨ ਖੁਸ਼ ਕਰਦਾ ਹੈ ਅਤੇ ਮਨੋਬਲ ਅਤਾਂਹ ਚੁੱਕਦੇ ਹਨ। ਇਹ ਗੱਲਾਂ ਕੋਈ ਰੌਕਟ ਸਾਇੰਸ ਨਹੀਂ ਹਨ ਜੋ ਸਾਨੂੰ ਸਮਝ ਨਹੀਂ ਲੱਗਦੀਆਂ। ਸਧਾਰਨ ਤੋਂ ਸਧਾਰਨ ਬੁੱਧੀ ਵਾਲੇ ਇਨਸਾਨ ਨੂੰ ਵੀ ਇਹਨਾਂ ਸਧਾਰਨ ਗੱਲਾਂ ਦੀ ਸਮਝ ਪੈਂਦੀ ਹੈ। ਗੱਲ ਸਿਰਫ ਆਪਣੇ ਰੋਜ਼ਮਰਾ ਦੇ ਜੀਵਨ ਵਿੱਚ ਇਹਨੂੰ ਢਾਲਣ ਅਤੇ ਪੱਕੀ ਆਦਤ ਬਣਾਉਣ ਦੀ ਹੈ ਜੋ ਆਖਰੀ ਸਵਾਸਾਂ ਤੱਕ ਨਾਲ ਰਹੇ। ਇਹਦੇ ਨਾਲ ਅਸੀਂ ਇਸ ਖੂਬਸੂਰਤ ਦੁਨੀਆ ਨੂੰ ਖੁਸ਼ੀਆਂ ਦੇ ਗੱਫੇ ਵੰਡਦੇ ਟੁਰ ਜਾਵਾਂਗੇ ਅਤੇ ਪਿੱਛੇ ਰਹਿ ਗਏ ਲੋਕ ਵੀ ਸਾਡੇ ਬਾਰੇ ਉਹੀ ਗੱਲਾਂ ਕਰਨਗੇ ਜੋ ਅਸੀਂ ਉਹਨਾਂ ਨੂੰ ਸਾਰੀ ਉਮਰ ਵਣਜਾਰਿਆਂ ਵਾਂਗ ਹੋਕਾ ਦੇ ਕੇ ਵੰਡਦੇ ਰਹੇ ਹਾਂ ਕਿ ਇਸ ਇਨਸਾਨ ਦੀ ਸੋਚ ਹਾਂ ਪੱਖੀ ਸੀ। ਇਹਨੇ ਜ਼ਿੰਦਗੀ ਦਾ ਭਰਪੂਰ ਆਨੰਦ ਮਾਣਿਆ ਹੈ। ਇਹਨੇ ਕਿਸੇ ਤੋਂ ਵੱਧ ਸੀਸਾਂ ਨਹੀਂ ਲਈਆਂ। ਇਹਨੂੰ ਲੋਕਾਂ ਦੇ ਗੁਣ ਜ਼ਿਆਦਾ ਨਜ਼ਰ ਆਉਂਦੇ ਹਨ। ਇਹ ਧਰਵਾਸਾ ਦੇਣ ਵਾਲਾ ਇਨਸਾਨ ਸੀ, ਡਿੱਗਦਿਆਂ ਨੂੰ ਉੱਪਰ ਚੁੱਕਣ ਵਾਲਾ ਜੂੜਾ ਸੀ। ਇਹਦੀ ਲੰਬੀ ਉਮਰ ਅਤੇ ਨਿਰੋਗ ਜੀਵਨ ਜੀਉਣ ਦਾ ਰਾਜ ਹੀ ਇਹੋ ਸੀ। ਅਗਰ ਸਾਡੇ ਵਿੱਚੋਂ ਵੀ ਬਹੁਤ ਸਾਰੇ ਲੋਕ ਇਹ ਗੁਣ ਧਾਰ ਕਰ ਲੈਣ ਤਾਂ ਕਿੰਨੇ ਅੰਸੂਆਂ ਨੂੰ ਰੋਕਥਾਮ ਲੱਗ ਸਕਦੀ ਹੈ। ਖੁਸ਼ੀਆਂ ਅਤੇ ਖੇੜਿਆਂ ਨਾਲ ਇਹ ਸੰਸਾਰ ਭਰ ਜਾਵੇਗਾ। ਮਾਨਸਿਕ ਅਤੇ ਸਰੀਰਕ ਬਿਮਾਰੀਆਂ ਤੋਂ ਕਈ ਤਰ੍ਹਾਂ ਨਾਲ ਨਿਜਾਤ ਮਿਲ ਜਾਵੇਗੀ। ਇਹ ਗੱਲਾਂ ਅਪਣਾਉਣ ਵਿੱਚ ਨਾ ਤਾਂ ਸ਼ਕਤੀ ਲੱਗਦੀ ਹੈ ਅਤੇ ਨਾ ਹੀ ਧਨ ਖਰਚ ਹੁੰਦਾ ਹੈ, ਸਗੋਂ ਅਭਿਆਸ ਦੀ ਲੋੜ ਹੈ। ਅਤੇ ਜਦ ਅਸੀਂ ਕਿਸੇ ਨਵੀਂ ਆਦਤ ਦਾ ਅਭਿਆਸ ਸ਼ੁਰੂ ਕਰ ਦਈਏ ਤਾਂ ਉਹ ਸਾਡੇ ਸਾਹਾਂ ਨਾਲ ਸਾਡਾ ਸਾਥ ਛੱਡੇਗੀ। ਹੁਣ ਫਿਰ ਦੇਰ ਕਿਸ ਗੱਲ ਦੀ? ਨੇਕੀ ਦੇ ਕੰਮ ਪੁੱਛ ਕੇ ਥੋੜ੍ਹੋ ਕੀਤੇ ਜਾਂਦੇ ਹਨ। ਜੋ ਕੱਲ੍ਹ ਕਰਨਾ ਉਹ ਅੱਜ ਕਰ ਲਓ ਅਤੇ ਜੋ ਅੱਜ ਕਰਨਾ ਉਹ ਹੁਣ ਕਰ ਲਓ। ਖੁੰਝਿਆ ਵਕਤ ਕਦੇ ਹੱਥ ਨਹੀਂ ਆਉਂਦਾ। ਇਹ ਆਪਣੀ ਚਾਲੇ ਬਸ ਤੁਰਿਆ ਹੀ ਜਾਂਦਾ ਹੈ। ਹਾਂ ਪੱਖੀ ਸੋਚ ਵਾਲੇ ਸਾਡੇ ਜੀਵਨ ਦਾ ਇੱਕ ਆਧਾਰ ਹੈ ਅਤੇ ਇਸ ਬਹੁਮੁੱਲੇ ਜੀਵਨ ਨੂੰ ਇਸ ਆਧਾਰ ਤੋਂ ਫਿਰ ਵਾਂਝਿਆ ਕਿਉਂ ਰੱਖਿਆ ਜਾਵੇ? ਇਹ ਹਾਂ ਪੱਖੀ ਸੋਚ ਬੱਚਿਆਂ ਅਤੇ ਹੋਰਾਂ ਨੂੰ ਵੀ ਸਿਖਾਈ ਜਾਵੇ ਤਾਂ ਕਿ ਦੁਨੀਆ ਦੀ ਖੂਬਸੂਰਤੀ ਵਿੱਚ ਸਦਾ ਲਈ ਵਾਧਾ ਹੁੰਦਾ ਰਹੇ। ਜ਼ਿੰਦਗੀ ਦਾ ਕਰਜ਼ਾ ਲਾਉਣ ਦਾ ਇਸ ਤੋਂ ਵਧੀਆ ਹੋਰ ਕੋਈ ਨੁਸਖਾ ਨਹੀਂ ਹੈ। ਇਹ ਤਾਂ ਸੀ ਜੀ ਮੇਰਾ ਲੇਖ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਇਸ ਕਿਤਾਬ ਸੁਨਹਿਰਾ ਭਵਿੱਖ ਵਿੱਚੋਂ। ਹਾਂ ਪੱਖੀ ਸੋਚ ਜਿਹਨੂੰ ਅੰਗਰੇਜ਼ੀ ਵਿੱਚ ਆਪਾਂ ਪੋਜ਼ੀਟਿਵ ਥਿੰਕਿੰਗ ਕਹਿੰਦੇ ਹਾਂ। ਅਤੇ ਹੁਣ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਮੈਂ ਜਿਹੜਾ ਹੈਗਾ ਤੁਹਾਡੇ ਨਾਲ ਸੰਵਾਦ ਰਚਾ ਸਕਾਂ। ਗੱਲਾਂ ਹੋਰ ਵੀ ਬਹੁਤ ਸਾਰੀਆਂ ਕੀਤੀਆਂ ਜਾ ਸਕਦੀਆਂ। ਕਈ ਵਾਰ ਅਸੀਂ ਜਿਹੜੇ ਹੈਗੇ ਨਾ ਸ਼ੁਕਰੇ ਹੋ ਜਾਂਦੇ ਹਾਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲਦਾ। ਚੌਹਾਨ ਸਾਹਿਬ ਕੀ ਕਹਿਣਾ ਚਾਹੋਗੇ ਪੋਜ਼ਿਟਿਵ ਥਿੰਕਿੰਗ ਬਾਰੇ? ਪਹਿਲਾਂ ਤਾਂ ਦਰਸ਼ਕਾਂ ਨੂੰ ਨਵਾਂ ਸਾਲ ਮੁਬਾਰਕ। ਹਾਂ, ਤੁਹਾਨੂੰ ਵੀ ਜੀ। ਹਾਂ, ਖੁਸ਼ੀਆਂ ਭਰਾਵੋ। ਦੇਖੋ, ਜਿਹੜਾ ਆਪਨੇ ਅੱਜ ਦਾ ਵਿਸ਼ਾ ਰੱਖਿਆ ਵੀ ਸਮਾਜ ਦੇ ਵਿੱਚ ਚੰਗੇ ਕੰਮ ਕਰਨ ਵਾਲਿਆਂ ਦੀ ਸ਼ਲਾਘਾ ਹੋਣੀ ਚਾਹੀਦੀ ਹੈ। ਹਾਂਜੀ ਹਾਂਜੀ। ਪਰ ਇਹ ਜਿਹੜਾ ਆਪਾਂ ਦੇਖਦੇ ਹਾਂ ਭਾਰਤੀ ਸਮਾਜ ਦੇ ਵਿੱਚ, ਉੱਥੇ ਤੋਂ ਬਿਲਕੁਲ ਉਲਟ ਹੈ। ਕਿਉਂਕਿ ਜਦ ਕੋਈ ਵੀ ਸੁਰਤ ਸੰਭਾਲਦਾ ਉਹਨੂੰ ਇਹ ਕੁਝ ਦੱਸਿਆ ਜਾਂਦਾ ਕਾਲਪਨਿਕ ਜਗ੍ਹਾਵਾਂ ਬਾਰੇ, ਕਰਾਮਾਤਾਂ ਬਾਰੇ, ਦੇਵੀ ਦੇਵਤਿਆਂ ਬਾਰੇ। ਦੇਖੋ, ਉਹਨਾਂ ਨੂੰ ਜੇ ਪੁੱਛ ਕੇ ਪੁੱਛੋ ਵੀ ਇਹਦੇ ਬਾਰੇ ਕੋਈ ਚਾਨਣਾ ਪਾਓ ਤਾਂ ਉਹ ਕੁਝ ਨਹੀਂ ਦੱਸਦੇ। ਦੇਖੋ, ਜਿਹੜਾ ਕੋਈ ਚੰਗਾ ਕੰਮ ਕਰਦੇ ਆ ਉਹਦੇ ਬਾਰੇ ਕੋਈ ਸੁਣਨ ਨੂੰ ਤਿਆਰ ਨਹੀਂ। ਹੁਣ ਦੇਖੋ, ਆਪਨੇ ਕਿੰਨੀ ਮਿਹਨਤ ਕੀਤੀ ਹੈ ਕਿਤਾਬ ਲਿਖਣ ਦੀ। ਹਾਂਜੀ ਹਾਂਜੀ। ਪਰ ਮੈਂ ਇੱਥੇ ਥੋੜਾ ਜਿਹਾ ਭਾਰਤ ਦੇ ਦੋ ਮਤਲਬ ਲੇਖਕਾਂ ਦਾ ਜ਼ਿਕਰ ਕਰਨਾ ਚਾਹੁੰਦਾ ਵੀ ਜਿਹੜਾ ਮੰਟੋ ਸੀ। ਹਾਂਜੀ ਹਾਂਜੀ। ਮੰਟੋ ਨੇ ਬਹੁਤ ਸ਼ਾਰਟ ਸਟੋਰੀਆਂ ਲਿਖੀਆਂ, ਬਹੁਤ ਬਿਊਟੀਫੁਲ ਸਟੋਰੀਆਂ ਲਿਖੀਆਂ ਜੀ ਉਹਨੇ। ਹਾਂਜੀ। ਪਰ ਉਹਨੇ ਮਤਲਬ ਜੋ ਸਮਾਜ ਦੇ ਵਿੱਚ ਹੋ ਰਿਹਾ, ਇੱਕ ਉਹਦੀ ਛੋਟੀ ਜਿਹੀ ਸਟੋਰੀ ਆ ਕਰਾਮਾਤ। ਹਾਂਜੀ ਹਾਂਜੀ। ਕਿਉਂਕਿ ਉਹਦੇ ਵਿੱਚ ਉਹ ਲਿਖਦਾ ਵੀ ਜਾਨੀ ਭਾਰਤ ਦੇ ਵਿੱਚ ਦੰਗੇ ਕਰਾਏ ਜਾਂਦੇ ਆ। ਜਾਨੀ ਇਹ ਬਹੁਤ ਇਤਿਹਾਸ ਹੈ ਵੀ ਇੱਕ ਦੂਜੇ ਨੂੰ ਲੜਾਓ। ਉਹ ਜਦ ਦੰਗੇ ਹੁੰਦੇ ਆ ਤੇ ਲੋਕ ਸਮਾਨ ਲੁੱਟਦੇ ਆ। ਜਾਨੀ ਕੋਈ ਘਰ ਨੂੰ ਕੋਈ ਚੀਜ਼ ਲੁੱਟ ਕੇ ਲਿਆਉਂਦਾ, ਕੋਈ ਏਦਾਂ ਦੀ ਉਹਨੂੰ ਘਟਨਾ ਦਾ ਜ਼ਿਕਰ ਕੀਤਾ ਵੀ ਏਦਾਂ ਦੰਗਾ ਹੋਇਆ ਤਾਂ ਇੱਕ ਬੰਦਾ ਇੱਕ ਦੁਕਾਨ ਤੋਂ 2 ਬੋਰੀਆਂ ਖੰਡੀਆਂ ਚੋਰੀ ਕਰਕੇ ਲੈ ਆਇਆ। ਉਹ ਜਦ ਘਰ ਲੈ ਤਾਂ ਥੋੜੇ ਦਿਨਾਂ ਬਾਅਦ ਰੌਲੀ ਪੈ ਗਏ ਵੀ ਜਿਹੜੀ ਪੁਲਿਸ ਆ ਕੇ ਚੈੱਕ ਕਰ ਰਹੀ ਆ ਵੀ ਜੇ ਜਿੰਨਾ ਸਮਾਨ ਲੁੱਟਿਆ ਆ ਵੀ
ਉਹਨੇ ਵਾਪਸ ਵੀ ਲੈਣਾ ਤੇ ਸਜ਼ਾ ਵੀ ਹੋਣੀ ਆ। ਉਸ ਬੰਦੇ ਨੇ ਰਾਤ ਨੂੰ ਸੋਚਿਆ ਵੀ ਮੈਂ ਤਾਂ ਫਸ ਜਾਣਾ। ਜਾਣੀ ਉਹ ਉੱਠਿਆ ਤਾਂ ਉਹਨੇ ਅੱਧੀ ਰਾਤ ਨੂੰ ਜਾਣੀ ਬੋਰੀ ਚੱਕੀ ਤਾਂ ਖੂਹੀ 'ਚ ਸੱਟ ਦਿੱਤੀ। ਉਹ ਜਦ ਲੋਕਾਂ ਨੂੰ ਥੋੜਾ ਜਿਹਾ ਤਾਂ ਖੜਾਕਾ ਸੁਣਿਆ ਤਾਂ ਫੇਰ ਥੋੜੀ ਕੁ ਦੇਰ ਬਾਅਦ ਜਦ ਸਿੱਟਣ ਗਿਆ ਤਾਂ ਨਾਲ ਹੀ ਆਪ ਡਿੱਗ ਪਿਆ। ਹਾਂਜੀ ਹਾਂਜੀ ਹਾਂਜੀ। ਉਹ ਜਦ ਡਿੱਗ ਪਿਆ ਤਾਂ ਉਹ ਬਾਅਦ ਦੇ ਵਿੱਚ ਉਹਨੇ ਦੇਖਿਆ ਵੀ ਉਹ ਤਾਂ ਹੈ ਨਹੀਂ ਇੱਥੇ ਪਿਆ ਸੀ, ਉਹ ਕਿੱਥੇ ਗਿਆ। ਉਹ ਲੋਕਾਂ ਨੇ ਟੋਲਿਆ ਪਰ ਉਹ ਮਰ ਚੁੱਕਾ ਸੀ। ਜਦੋਂ ਮਰਿਆ ਤਾਂ ਸਵੇਰ ਨੂੰ ਜਾਣੀ ਲੋਕ ਅਫਸੋਸ ਉਹਦਾ ਕਾਰਨ ਸਾਰਾ ਕੁਝ ਕਰਨ ਤੇ ਜਦ ਉਹਨੂੰ ਦਾਗ ਦਿੱਤੇ, ਦਾਗ ਦੇਣ ਤੋਂ ਬਾਅਦ ਖੂਹੀ ਚੋਂ ਪਾਣੀ ਜਾਨੀ ਕੱਢਿਆ ਤਾਂ ਉਹ ਪਾਣੀ ਮਿੱਠਾ ਸੀ। ਉਹਨੇ ਜਾਨੀ ਕਿਹਾ ਵੀ ਉਹ ਤਾਂ ਬੜੀ ਉਹਦੀ ਕਰਾਮਾਤ ਸੀ ਵੀ ਅੱਜੇ ਹੀ ਜਾ ਕੇ ਸਿਵਿਆਂ ਚ ਉਹਦੀ ਅੱਜੇ ਹੀ ਜਗ੍ਹਾ ਬਣਾਓ। ਜਾਨੀ ਉੱਥੇ ਮਤਲਬ ਇੰਨੀ ਲਾਈ ਲੱਗਦਾ ਆ। ਜਾਨੀ ਉਹ ਲੋਕ ਨਾ ਤਾਂ ਦੇਖੋ ਵੀ ਦੇਖਦੇ ਆ ਵੀ ਇਹਦਾ ਮਤਲਬ ਰਿਐਲਿਟੀ ਕੀ ਆ। ਇਸ ਤਰ੍ਹਾਂ ਜਿਹੜਾ ਮੁਨਸ਼ੀ ਪ੍ਰੇਮ ਚੰਦ ਆ, ਤੁਸੀਂ ਦੇਖੋ ਹੁਣ ਕਿੰਨਾ ਕੁਝ ਲਿਖਿਆ, ਬਹੁਤ ਬਿਊਟੀਫੁਲ ਕਿਤਾਬਾਂ ਲਿਖੀਆਂ ਜੀ। ਔਰ ਬਹੁਤ ਗਰੀਬ ਘਰਾਣੇ ਦਾ ਸੀ ਉਹ ਵੀ, ਤੁਸੀਂ ਦੇਖੋ ਵੀ ਜਾਨੀ ਉਹਨੇ ਜੋ ਸਮਾਜ ਦੇ ਵਿੱਚ ਵਾਪਰਿਆ ਉਹਦੇ ਬਾਰੇ ਲਿਖਿਆ। ਉਹਨੂੰ ਤਾਂ ਆਪਣੇ ਇੰਡੀਆ ਦਾ ਗੋਰਕੀ ਕਹਿੰਦੇ ਸੀ। ਨਹੀਂ ਪਰ ਉਹ ਜੋ ਕੁਝ, ਕਿਉਂਕਿ ਮੈਂ ਜਿਸ ਵੇਲੇ ਪੜ੍ਹਦਾ ਸੀ ਸਾਨੂੰ ਕਿਤਾਬ ਲੱਗੀ ਸੀ 10 ਗ੍ਰੇਟ ਲਾਈਵਸ। ਹਾਂਜੀ ਸਾਨੂੰ ਵੀ ਸੀ ਜੀ, ਮੈਂ ਵੀ ਪੜ੍ਹੀ ਉਹ। ਉਹਦੇ ਵਿੱਚ ਉਹ ਵੀ ਸੀਗਾ ਮੁਨਸ਼ੀ ਪ੍ਰੇਮ ਚੰਦ। ਹਾਂਜੀ ਹਾਂਜੀ ਹਾਂਜੀ। ਦੇਖੋ ਕਿੰਨਾ ਉਹ ਗਰੀਬੀ ਚੋਂ ਪੜ੍ਹਿਆ, ਫਿਰ ਉਹ ਲਿਖਦਾ ਰਿਹਾ। ਬਿਲਕੁਲ। ਪਰ ਉਹਦੇ ਜਾਣੀ ਪਹਿਲਾਂ ਇਹ ਮਨ ਦੇ ਵਿੱਚ ਸੀਗਾ ਵੀ ਗਾਂਧੀ ਬਹੁਤ ਚੰਗਾ, ਕਿਉਂਕਿ ਉਹ ਵੀ ਜਾਣੀ ਕਿਹਾ ਵੀ ਇਹਨਾਂ ਦੇਸ਼ ਨੂੰ ਜਗਾਉਂਦਾ ਜਾਂ ਕਿੱਦਾਂ। ਪਰ ਫਿਰ ਜਦੋਂ ਜ਼ਿਆਦਾ ਉਹਨੂੰ ਉਹਦੀਆਂ ਮੀਟਿੰਗਾਂ ਦੇਖੀਆਂ ਤਾਂ ਸਭ ਕੁਝ ਉਹਦੀ ਭੂਮਿਕਾ ਦੇਖੀ ਤਾਂ ਉਹ ਕਹਿੰਦਾ ਵੀ ਇਹ ਬੰਦਾ ਠੀਕ ਨਹੀਂ। ਔਰ ਉਹਨੂੰ 1936 ਦੇ ਵਿੱਚ ਹੀ ਫਿਰ ਉਹ ਲਿਖਿਆ ਇੱਕ ਜਗ੍ਹਾ ਵੀ ਲੋਕੋ ਵੀ ਬਿਲਕੁਲ ਸੋਚ ਕੇ ਚੱਲੋ ਵੀ ਜਿਹੜਾ ਤੁਸੀਂ ਏਦਾਂ ਕਿਸੇ ਵਿਅਕਤੀ ਦੀ ਪੂਜਾ ਕਰੀ ਜਾਂਦੇ ਆ ਔਰ ਕਿਸੇ ਦੀ ਉਦਾਂ ਹੀ ਨਿੰਦਾ ਕਰੀ ਜਾਂਦੇ ਆ। ਹੁਣ ਤੁਸੀਂ ਦੇਖੋ ਵੀ ਭਾਰਤ ਦੇ ਵਿੱਚ ਡਾਕਟਰ ਅੰਬੇਡਕਰ ਨੇ ਇੰਨਾ ਕੁਝ ਕੀਤਾ। ਜੇ ਲੋਕ ਆ ਜਿਹੜੀਆਂ ਕਰਾਮਾਤਾਂ ਛੱਡ ਕੇ ਉਹਦੇ ਬਾਰੇ ਲੋਕਾਂ ਨੂੰ ਦੱਸਣ ਦਾ ਬਹੁਤ ਫਾਇਦਾ ਹੋ ਸਕਦਾ। ਬਿਲਕੁਲ 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 ਬਿਲਕੁਲ। ਫਿਰ ਉਹ ਜਿਹੜੇ ਜੇ ਵਿਗਿਆਨੀਆਂ ਦੀ ਸ਼ਲਾਘਾ ਕਰਨ। ਹੁਣ ਤੁਸੀਂ ਦੇਖੋ ਵੀ ਭਾਰਤ ਦੇ ਵਿੱਚ ਇੰਨੀ ਹੈਰਾਨੀ ਦੀ ਗੱਲ ਆ ਵੀ ਰੋਜ਼ ਹੀ ਕੋਈ ਨਾ ਕੋਈ ਮੇਲੇ ਤੇ ਕੋਈ ਜਗ੍ਹਾ ਤੇ ਤੁਰਿਆ ਜਾਂਦਾ ਔਰ ਉਹਦੀ ਉਦਾਂ ਹੀ ਸਰ ਸਕਦਾ, ਉਹ ਟਾਈਮ ਵੀ ਬਚ ਸਕਦਾ। ਪਰ ਜਿਹੜੀਆਂ ਗੱਲਾਂ ਆਪਣੇ ਚੌਹਾਨ ਸਾਹਿਬ ਮੈਂ ਇਹਦੇ ਵਿੱਚ ਲੇਖ ਕੀਤੀਆਂ ਨੇ ਵੀ ਜਿਹੜੀਆਂ ਅਸੀਂ ਆਮ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਅਸੀਂ ਆਪਣੇ ਪਰਿਵਾਰਾਂ ਵਿੱਚ ਜਾਂ ਅਸੀਂ ਜਿੱਥੇ ਜੇ ਸਮਾਜ ਵਿੱਚ ਵਿਚਰਦੇ ਹੈਗੇ ਇੱਥੇ ਵੀ ਜਾਂ ਆਪਣੇ ਕਿਸੇ ਦੋਸਤਾਂ ਨੂੰ, ਮਿੱਤਰਾਂ ਨੂੰ, ਕੁਲੀਗਸ ਨੂੰ ਕੰਮ 'ਤੇ ਵੀ, ਉੱਥੇ ਵੀ ਅਸੀਂ ਕਿਸੇ ਦੀ ਪ੍ਰਸ਼ੰਸਾ ਨਹੀਂ ਕਰਦੇ ਹੈਗੇ। ਨਹੀਂ ਦੇਖੋ ਇਹ ਚੰਗੇ ਜਿਹੜੀ ਚੰਗਾ ਸੱਭਿਆਚਾਰਕ ਜਿਹੜਾ ਸਮਾਜ ਆ ਉਹਦੇ ਵਿੱਚ ਇਹ ਗੁਣ ਹੋਣਾ ਚਾਹੀਦਾ ਵੀ ਜਿਹੜਾ ਕੋਈ ਚੰਗਾ ਕੰਮ ਕਰਦਾ, ਜਿਹੜਾ ਇਮਾਨਦਾਰ ਆ, ਜਿਹੜਾ ਮਤਲਬ ਚੰਗਾ ਚਰਿੱਤਰ ਆ, ਉਹਦੀ ਸ਼ਲਾਘਾ ਹੋਣੀ ਚਾਹੀਦੀ। ਬਿਲਕੁਲ ਬਿਲਕੁਲ। ਜਿਹੜਾ ਸਮਾਜ ਦੇ ਵਿੱਚ ਗਲਤੀਆਂ ਕਰਦਾ ਉਹਦੀ ਬੈਕ ਨਹੀਂ ਕਰਨੀ ਚਾਹੀਦੀ, ਕਿਉਂਕਿ ਫਿਰ ਤਾਂ ਉਹ ਸਮਾਜ ਗਿਰਾਵਟ ਵੱਲ ਜਾਏਗਾ। ਬਿਲਕੁਲ ਜੀ ਬਿਲਕੁਲ। ਹੁਣ ਇਹ ਦੇਖੋ ਵੀ ਜਿਹੜਾ ਆਪਣੇ ਘਰ ਲਈ ਜਾਂ ਕਿੱਦਾਂ ਉਹ ਤਾਂ ਬੰਦਾ ਕਮਾਉਂਦਾ ਹੀ ਆ, ਪਰ ਜਿਹੜਾ ਤੁਸੀਂ ਸਮਾਜ ਲਈ ਯੋਗਦਾਨ ਪਾਉਂਦੇ ਆ, ਜਿੱਦਾਂ ਹੁਣ ਵਿਗਿਆਨੀ ਆ। ਹਾਂਜੀ ਹਾਂਜੀ ਹਾਂਜੀ। ਵਿਗਿਆਨੀਆਂ ਦਾ ਕਿੰਨਾ ਯੋਗਦਾਨ ਹੈ ਦੁਨੀਆ 'ਚ। ਬਿਲਕੁਲ ਬਿਲਕੁਲ ਬਿਲਕੁਲ। ਅੱਜ ਜਿੰਨੀਆਂ ਚੀਜ਼ਾਂ ਦੇਖ ਲਓ, ਟੈਲੀਵਿਜ਼ਨ, ਬਾਲਰ, ਕਾਰ, ਐਰੋਪਲੇਨ, ਇਹ ਵਿਗਿਆਨੀਆਂ ਨੇ ਬਣਾਏ। ਬਿਲਕੁਲ ਬਿਲਕੁਲ। ਬਾਕੀ ਜਿਹੜਾ ਅਸੀਂ ਬਾਬਿਆਂ ਮਗਰ ਇੰਨਾ ਜਾਣੀ ਲੱਗੇ ਹੋਏ ਆ, ਉਹ ਬਾਬਿਆਂ ਨੇ ਤਾਂ ਮੁਲਕ ਨੂੰ ਤਬਾਹ ਕਰ ਦਿੱਤਾ। ਠੀਕ ਹੈ। ਇਸ ਕਰਕੇ ਜਾਣੀ ਜਿਹੜੀ ਸ਼ਲਾਘਾ ਜ਼ਰੂਰ ਕਰਨੀ ਚਾਹੀਦੀ ਆ। ਔਰ ਬਾਕੀ ਇਹ ਹੈਗਾ ਵੀ ਇਹ ਇੱਕ ਚੰਗਾ ਗੁਣ ਹੈ। ਹਾਂਜੀ ਹਾਂਜੀ। ਐਵੇਂ ਜਾਨੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ, ਸੜੀਆ ਲੁੱਕਾ ਹੀ ਨਹੀਂ ਹੋਣਾ ਚਾਹੀਦਾ। ਬਿਲਕੁਲ ਬਿਲਕੁਲ। ਹੁਣ ਦੇਖੋ ਜਿਹੜਾ ਕੋਈ ਵੀ ਕਿਤਾਬ ਲਿਖਣ ਦਾ ਕੰਮ ਕੋਈ ਸੌਖਾ ਨਹੀਂ ਕੰਮ ਹੈਗਾ, ਮਿਹਨਤ ਕਰਨੀ ਪੈਂਦੀ ਹੈ। ਫਿਰ ਬੜੀ ਗੱਲ ਹੈਗੀ ਆ ਵੀ ਜਿਹੜਾ ਹਵਾ ਗਾਉਣ ਲਿਖਣਾ ਜਾਨੀ ਵਹਿਮ ਵਾਲੀਆਂ ਗੱਲਾਂ ਉਹ ਤਾਂ ਚਾਹੀਦੀਆਂ ਹੀ ਨਹੀਂ। ਇਸ ਕਰਕੇ ਜਾਨੀ ਔਰ ਸਤਿਕਾਰ ਜ਼ਰੂਰ ਕਰਨਾ ਚਾਹੀਦਾ। ਔਰ ਇਹਦੇ ਵਿੱਚ ਦੇਖੋ ਜਿਹੜੀ ਮਹਿਲਾ ਵਰਗ ਆ ਉਹਨੂੰ ਵੀ ਅੱਗੇ ਆਉਣਾ ਚਾਹੀਦਾ। ਬਿਲਕੁਲ ਬਿਲਕੁਲ। ਕਿਉਂਕਿ ਜੇ ਅਸੀਂ ਸਮਾਜ ਦੇ ਵਿੱਚ ਪੂਰਾ ਸੰਤੁਲਨ ਰੱਖਾਂਗੇ ਤਦੇ ਹੀ ਸਮਾਜ ਤਰੱਕੀ ਕਰੂਗਾ। ਹਾਂਜੀ ਹਾਂਜੀ। ਔਰ ਜਿਹੜੀ ਮਤਲਬ ਮਹਿਲਾ ਵੀ ਸੰਘਰਸ਼ ਕਰਦੀਆਂ, ਟੀਚਰ ਆ, ਪ੍ਰੋਫੈਸਰ ਆ, ਔਰ ਅੰਧ ਵਿਸ਼ਵਾਸ ਦੇ ਵਿਰੁੱਧ ਵੀ ਕਈ ਲੜ ਰਹੀਆਂ। ਹਾਂਜੀ ਹਾਂਜੀ ਹਾਂਜੀ। ਤੇ ਉਹਨਾਂ ਦੀ ਜ਼ਰੂਰ ਸ਼ਲਾਘਾ ਕਰਨੀ ਚਾਹੀਦੀ ਹੈ। ਓਕੇ ਹਾਂਜੀ ਥੈਂਕ ਯੂ। ਇੰਨਾ ਹੀ ਕਹਿੰਦਾ ਹੈ। ਜੈ ਭੀਮ ਜੈ ਭਾਰਤ। ਥੈਂਕ ਯੂ ਜੀ ਥੈਂਕ ਯੂ ਜੀ। ਇਹ ਤਾਂ ਸੀ ਜੀ ਚੌਹਾਨ ਸਾਹਿਬ ਜਿਹੜੇ ਮੇਰੇ ਪ੍ਰੋਗਰਾਮ ਵਿੱਚ ਰੈਗੂਲਰਲੀ ਕੰਟਰੀਬਿਊਟ ਕਰਕੇ ਜਾਂਦੇ ਹੈਗੇ ਆ। ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਫੋਨ ਕਰ ਰਹੇ ਹੈਗੇ ਤਾਂ ਫਿਰ ਤੁਹਾਨੂੰ ਜਿਹੜਾ ਸਾਰਾ ਨੰਬਰ ਹੈਗਾ 004412502430 ਨੰਬਰ ਘੁਮਾਉਣਾ ਪਊਗਾ। ਅਤੇ ਇੱਥੋਂ ਬਰਤਾਨੀਆ ਦੇ ਵਿੱਚੋਂ ਜੇ ਤੁਸੀਂ ਨੰਬਰ ਘੁਮਾ ਰਹੇ ਹੈਗੇ ਤਾਂ ਫਿਰ ਤੁਹਾਡਾ
ਜਿਹੜਾ ਨੰਬਰ ਹੈਗਾ 0121502430 ਹੈਗਾ, ਜਿਹੜਾ ਕਿ ਸਕਰੀਨ 'ਤੇ ਵੀ ਆ ਰਿਹਾ ਹੈਗਾ। ਜਿਹੜੀ ਮੈਂ ਅੱਜ ਪੋਜ਼ੀਟਿਵ ਥਿੰਕਿੰਗ ਦੀ ਗੱਲ ਕੀਤੀ ਆ, ਕਿਉਂਕਿ ਇਸ ਨਵੇਂ ਸਾਲ ਦੇ ਵਿੱਚ ਇਹ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ ਜੀ? ਹੈਲੋ, ਹਾਂਜੀ ਹਾਂਜੀ, ਕਰੋ ਗੱਲ ਜੀ। ਅਰੇ ਬੜਾ ਅੱਛਾ ਟਾਪਿਕ ਰੱਖਿਆ ਤੁਸੀਂ। ਪੋਜ਼ਿਟਿਵ ਆਦਮੀ ਹੋਣਾ ਚਾਹੀਦਾ, ਮਤਲਬ ਇਹ ਸੋਚ ਵੀ ਤੇ ਕੰਮਾਂ 'ਚ ਵੀ। ਹਾਂਜੀ। ਲੇਕਿਨ ਇਹ ਵੇ ਕਿ ਅੱਜ ਕੱਲ੍ਹ ਤੁਸੀਂ ਦੇਖੋ, ਇੱਕ ਮੈਂ TV ਦੇ ਪ੍ਰੋਗਰਾਮ ਦੇਖ ਰਿਹਾ ਸਾਂ ਕਿ ਉਹ ਅੱਜ ਕੱਲ੍ਹ ਡਿਪਰੈਸ਼ਨ ਤੇ ਬੜੀ ਸਾਈਕੈਟ੍ਰਿਕ ਇਲਨੈਸ ਜ਼ਿਆਦਾ ਹੋ ਰਹੀਆਂ। ਹਾਂਜੀ। ਉਹ ਕਹਿਣਗੇ ਜੀ ਸਾਰੇ ਆਪਣੇ ਮਜ਼ਹਬਾਂ ਵੱਲ ਰੁਝਾਨ ਦਿਓ, ਕ੍ਰਿਸਚਨ ਹੋ ਤੇ ਮੁਸਲਮਾਨ ਹੋ ਜਾਂ ਜੋ ਵੀ ਹੋ, ਤੇ ਆਪਣੇ ਮਜ਼ਹਬੀ ਖਿਆਲਾਤ ਵੱਲ ਤੁਸੀਂ ਮਤਲਬ ਤਵੱਜੋ ਦਿਓ। ਤੇ ਉਹ ਮਤਲਬ ਤਵੱਜੋ ਤੇ ਸਾਰੇ ਮੁਸਲਮਾਨ ਉਹ ਦਿੰਦੇ ਰਹਿੰਦੇ ਨੇ ਜਾਂ ਕ੍ਰਿਸਚਨ ਨਹੀਂ। लेकिन एक लामा इकबाल का एक शेर है, खुद ही को कर बुलंद इतना कि हर तकदीर से पहले खुदा बंदे से खुद पूछे बता तेरी रजा क्या है। आदमी ने खुद ही कोशिश ना करे, खुद ही ना करे तो हर चीज अल्लाह दे या भगवान ते छड़ दे तो ਉਹਦੇ ਨਾਲ ਤੇ ਕੰਮ ਨਹੀਂ ਨਾ ਬਣਦਾ। ਨਹੀਂ ਹੈਲੋ, ਹਾਂਜੀ ਹਾਂਜੀ, ਠੀਕ ਹੈ ਠੀਕ ਹੈ ਜੀ, ਹਾਂਜੀ ਸੁਣ ਰਿਹਾ ਜੀ ਮੈਂ। ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ। ਹਾਂਜੀ, ਮੈਂ ਕਿਹਾ ਸੁਣ ਰਿਹਾ ਤੁਹਾਨੂੰ ਮੈਂ। ਹਾਂਜੀ ਹਾਂਜੀ ਹੈਲੋ, ਹਾਂਜੀ, ਮੈਂ ਕਿਹਾ ਸੁਣ ਰਿਹਾ, ਤੁਸੀਂ ਗੱਲ ਕਰੋ। ਤੇ ਇਹ ਵੇ ਕਿ ਇਨਸਾਨ ਨੂੰ ਖੁਦ ਹੀ ਪੋਜ਼ਿਟਿਵ ਹੋਣਾ ਚਾਹੀਦਾ, ਨਾਟ ਓਨਲੀ ਇਨ ਥਿੰਕਿੰਗ ਬਟ ਇਨ ਕਰੈਕਟਰ ਐਂਡ ਅਦਰ ਐਕਸ਼ਨਸ ਆਲਸੋ, ਕਿ ਖੁਦ ਕੋਸ਼ਿਸ਼ ਕਰੇ ਤੇ ਹਰ ਮੰਜ਼ਿਲ ਜਿਹੜੀ ਹੈ ਉਹ ਆਸਾਨ ਹੋ ਸਕਦੀ ਹੈ। ਓਕੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ। ਇਹ ਤਾਂ ਸੀ ਜੀ ਆਪਣੇ ਆਜ਼ਾਦ ਸਾਹਿਬ ਜਿਨ੍ਹਾਂ ਨੇ ਟੈਲੀਫੋਨ ਕੀਤਾ। ਅਤੇ ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਕਰਕੇ ਜਿਹੜਾ ਸਾਡੇ ਨਾਲ ਸੰਵਾਦ ਰਚਾ ਸਕਦੇ ਹਾਂ ਇਸ ਮਸਲੇ ਬਾਰੇ, ਪੋਜ਼ੀਟਿਵ ਥਿੰਕਿੰਗ ਬਾਰੇ, ਕਿਉਂਕਿ ਬਹੁਤੇ ਜਿਹੜੇ ਲੋਕ ਮੈਂ ਦੇਖਿਆ ਹੈਗਾ ਸਾਡੇ ਸਦਾ ਹੀ ਨੈਗੇਟਿਵ ਸੋਚਦੇ ਹੈਗੇ, ਹਰ ਚੀਜ਼ 'ਤੇ ਜਿਹੜਾ ਹੈਗਾ ਨੈਗੇਟਿਵ ਸੋਚਣਾ, ਉਹਦੇ ਨਾਲ ਸਾਡੀ ਮਾਨਸਿਕ ਸਿਹਤ 'ਤੇ ਵੀ ਅਸਰ ਪੈਂਦਾ ਹੈਗਾ, ਜਿਸ ਤਰ੍ਹਾਂ ਮੈਂ ਇਸ ਲੇਖ ਵਿੱਚ ਗੱਲ ਕੀਤੀ ਹੈ। ਅਤੇ ਸਾਡੀ ਯਾਨੀ ਕਿ ਫਿਜ਼ੀਕਲ ਹੈਲਥ 'ਤੇ ਵੀ ਅਸਰ ਪੈਂਦਾ, ਅਤੇ ਸਾਡੇ ਜਿਹੜਾ ਬੱਚਿਆਂ 'ਤੇ ਵੀ ਅਸਰ ਪੈਂਦਾ ਹੈਗਾ, ਅਤੇ ਸਾਡੇ ਸਾਰੇ ਸਮਾਜ 'ਤੇ ਵੀ ਅਸਰ ਪੈਂਦਾ ਹੈਗਾ। ਸੋ ਜਿਹੜੀ ਪੋਜ਼ੀਟਿਵ ਥਿੰਕਿੰਗ ਹੈਗੀ ਆ, ਉਹਨੂੰ ਜਿਸ ਤਰ੍ਹਾਂ ਕਹਿੰਦੇ ਨੇ ਗਲਾਸ ਜਿਹੜਾ ਹੈਗਾ ਉਹਨੂੰ ਅੱਧਾ ਭਰਿਆ ਦੇਖਣ ਦੀ ਜ਼ਰੂਰਤ ਹੈਗੀ ਆ, ਨਾ ਕਿ ਅੱਧਾ ਖਾਲੀ ਯਾਨੀ ਕਿ ਦੇਖਣ ਦੀ ਗੱਲ ਹੈ। ਸੋ ਉਹ ਯਾਨੀ ਕਿ ਜਿਹੜੀ ਥਿੰਕਿੰਗ ਦੀ ਮੈਂ ਗੱਲ ਕਰ ਰਿਹਾ ਹੈਗਾ, ਇਸ ਲੇਖ ਵਿੱਚ ਗੱਲ ਕੀਤੀ ਆ। ਤੁਸੀਂ ਵੀ ਟੈਲੀਫੋਨ ਕਾਲ ਕਰਕੇ ਜਿਹੜਾ ਹੈਗਾ ਕੰਟਰੀਬਿਊਟ ਕਰ ਸਕਦੇ ਆ, ਕਿਉਂਕਿ ਜਿਹੜੀਆਂ ਜਿਹੜੀਆਂ ਗੱਲਾਂ ਤੁਸੀਂ ਦੇਖਦੇ ਹੈਗੇ ਆ, ਜਦੋਂ ਤੁਸੀਂ ਆਪਣੇ ਹਾਲ ਵੀ ਦੇਖਦੇ ਹੈਗੇ, ਲੈ ਮੈਂ ਦੇਖੋ ਮੇਰੇ ਸਾਰੇ ਅੰਗ ਮੇਰੇ ਪੂਰੇ ਹੈਗੇ ਆ, ਵੀ ਮੇਰੇ ਹੱਥਾਂ ਦੀਆਂ ਉਂਗਲਾਂ, ਹੱਥ ਮੇਰੇ ਹੈਗੇ ਆ, ਮੇਰੇ ਪੈਰ ਹੈਗੇ ਆ, ਮੇਰੀਆਂ ਅੱਖਾਂ ਠੀਕ ਹੈਗੀਆਂ, ਮੇਰੇ ਕੰਨ ਠੀਕ ਹੈ। ਯਾਨੀ ਕਿ ਤੁਸੀਂ ਜਦੋਂ ਫਿਰ ਦੇਖਦੇ ਹੈਗੇ ਦੁਨੀਆ ਵਿੱਚ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੇ ਸ਼ਾਇਦ ਅੰਗ ਵੀ ਪੂਰੇ ਨਹੀਂ ਹੈ, ਵੀ ਤੁਸੀਂ ਉਹਨਾਂ ਨਾਲੋਂ ਕਿੰਨੇ ਚੰਗੇ ਹੈਗੇ ਆ। ਇਹ ਪੋਜ਼ੀਟਿਵ ਥਿੰਕਿੰਗ ਦੀ ਗੱਲ ਹੈ, ਵੀ ਜਦੋਂ ਤੁਸੀਂ ਕਿਸੇ ਨਾਲ ਕੰਪੇਅਰ ਕਰਦੇ ਹੈਗੇ ਆਪਣੇ ਆਪ ਨੂੰ, ਵੀ ਮੇਰੇ ਕੋਲ ਦੇਖੋ ਮੈਂ ਇੱਥੇ ਬਰਤਾਨੀਆ ਵਿੱਚ ਜਾਣੀ ਕਿ ਆਇਆ ਹੈਗਾ, ਇੱਥੇ ਸਾਡੀ ਜਿਹੜੀ ਐਜੂਕੇਸ਼ਨ ਜਿਹੜਾ ਸਟੈਂਡਰਡ ਕਿਹੋ ਜਿਹਾ ਹੈਗਾ, ਇੱਥੇ ਸਟੈਂਡਰਡ ਆਫ ਲਿਵਿੰਗ ਕਿਹੋ ਜਿਹਾ ਹੈਗਾ, ਇਹ ਸਾਰੀਆਂ ਗੱਲਾਂ ਪੋਜ਼ੀਟਿਵ ਥਿੰਕਿੰਗ ਦੀਆਂ ਹੈਗੀਆਂ। ਅਤੇ ਜੇ ਅਸੀਂ ਪੋਜ਼ੀਟਿਵ ਥਿੰਕਿੰਗ ਜਾਣੀ ਕਿ ਰੱਖੀਏ ਤਾਂ ਉਹਦੇ ਨਾਲ ਜਿਹੜਾ ਸਾਡਾ ਸਮਾਜ ਹੈਗਾ ਉਹ ਬੜਾ ਵਧੀਆ ਯਾਨੀ ਕਿ ਸਮਾਜ ਬਣ ਸਕਦਾ। ਮੈਂ ਤੁਹਾਡਾ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ, ਅਜੇ ਵੀ ਸਾਡੇ ਤੋਂ ਯਾਨੀ ਕਿ ਟਾਈਮ ਜਿਹੜਾ ਹੈਗਾ ਉਹ ਕਾਫੀ ਪਿਆ ਹੈ, ਅਤੇ ਤਾਂ ਕਿ ਮੈਂ ਤੁਹਾਡੇ ਨਾਲ ਸੰਵਾਦ ਰਚਾਵਾਂ, ਨਹੀਂ ਤਾਂ ਮੈਂ ਤਾਂ ਜਿਹੜਾ ਹੈਗਾ ਬੋਲੀ ਜਾਣਾ, ਮੈਂ ਗੱਲ ਕਰਦਾ ਰਹੂੰਗਾ। ਟੈਲੀਫੋਨ ਜਾਣੀ ਕਿ ਜੇ ਤੁਸੀਂ ਇੰਗਲੈਂਡ ਤੋਂ ਕਰ ਰਹੇ ਹੈਗੇ, ਬਰਤਾਨੀਆ ਤੋਂ ਕਰ ਰਹੇ ਹੈਗੇ ਆ, ਇੰਗਲੈਂਡ ਜਾਣੀ ਕਿ ਮੈਂ ਕਹਿਤਾ ਯਾਨੀ ਕਿ ਜਿਹੜਾ ਬਰਤਾਨੀਆ ਤੋਂ ਯੂਨਾਈਟਿਡ ਕਿੰਗਡਮ ਤੋਂ ਕਰ ਰਹੇ ਹੈਗੇ, ਤਾਂ ਫਿਰ ਤਾਂ 0121502430 ਨੰਬਰ ਹੈਗਾ। ਅਤੇ ਜੇ ਤੁਸੀਂ ਬਾਹਰ ਤੋਂ ਕਰ ਰਹੇ ਹੈਗੇ ਆ ਤਾਂ ਫਿਰ ਤੁਹਾਨੂੰ 00441215024304 ਨੰਬਰ ਘੁਮਾਉਣਾ ਪਊਗਾ। ਕਿਉਂਕਿ ਜਿਹੜੀ ਪੋਜ਼ੀਟਿਵ ਥਿੰਕਿੰਗ ਮੈਂ ਦੇਖਿਆ ਹੈਗਾ, ਵੀ ਜਦੋਂ ਤੁਸੀਂ ਕਿਸੇ ਨੂੰ ਪੋਜ਼ੀਟਿਵ ਜਿਹੜਾ ਹੈਗਾ ਥਿੰਕਿੰਗ ਦੇ ਵਿੱਚ ਕਿਸੇ ਨਾਲ ਜਿਹੜਾ ਵਰਤਾਵ ਕਰਦੇ ਹੈਗੇ ਆ, ਕਿਸੇ ਨੂੰ ਤੁਸੀਂ ਐਪਰੀਸ਼ੀਏਟ ਕਰਦੇ ਹੈਗੇ ਆ, ਉਹਦੇ ਨਾਲ ਉਹਦਾ ਮਨ ਵੀ ਖੁਸ਼ ਹੁੰਦਾ ਹੈਗਾ, ਤੁਹਾਡਾ ਮਨ ਵੀ ਖੁਸ਼ ਹੁੰਦਾ ਹੈਗਾ, ਅਤੇ ਕੈਮੀਕਲਸ ਵੀ ਯਾਨੀ ਕਿ ਜਿਹੜਾ ਕਿ ਡੋਪਾਮਾਈਨ ਜਿਹੜੇ ਹੈਗੇ ਆ ਤੁਹਾਡੇ ਉਹ ਪ੍ਰੋਡਿਊਸ ਹੁੰਦੇ ਹੈਗੇ, ਜਿਹਨਾਂ ਤੁਹਾਨੂੰ ਖੁਸ਼ੀ ਮਿਲਦੀ ਹੈ। ਅਤੇ ਇਹ ਕੈਮੀਕਲਸ ਉਹੋ ਜਿਹੇ ਹੈਗੇ ਆ, ਜੇ ਤੁਸੀਂ ਬਾਹਰ ਸੈਰ ਕਰਨ ਨੇ ਤਾਂ ਪੈਦਾ ਹੁੰਦੇ ਹੈਗੇ ਆ, ਜਾਂ ਤੁਸੀਂ ਐਕਸਰਸਾਈਜ਼ ਕਰਦੇ ਹੈਗੇ ਤਾਂ ਜਾਣੀ ਕਿ ਪੈਦਾ ਹੁੰਦੇ ਹੈਗੇ ਆ, ਜਾਂ ਜਾਣੀ ਕਿ ਜੇ ਤੁਸੀਂ ਕਿਸੇ ਦਾ ਭਲਾ ਕਰਦੇ ਹੈ, ਤੁਸੀਂ ਕਿਸੇ ਦੀ ਤਾਰੀਫ ਕਰਦੇ ਹੈਗੇ ਆ, ਕਿਸੇ ਚੰਗੇ ਗੁਣਾਂ ਦੀ ਕਦਰ ਕਰਦੇ ਹੈਗੇ ਆ, ਫਿਰ ਇਹ ਪੈਦਾ ਹੁੰਦੇ ਆ। ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀਗਾ, ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੈਗੇ ਤਾਂ ਫਿਰ 004412502430 ਨੰਬਰ ਘੁਮਾਉਣਾ ਪਊਗਾ ਸਾਰਾ। ਅਤੇ ਸਾਡੇ ਤੋਂ ਇਹ ਵੀ ਜਿਹੜਾ ਹੈਗਾ 20 ਮਿੰਟ ਹੈ, ਯਾਨੀ ਕਿ ਜੇ ਤੁਸੀਂ ਟੈਲੀਫੋਨ ਕਾਲ ਜਨ ਕਰਨਾ ਚਾਹੁੰਦੇ ਅਤੇ ਆਪਣਾ ਜੋ ਹੈ ਕੰਟਰੀਬਿਊਸ਼ਨ ਇਹਦੇ ਵਿੱਚ ਪਾਉਣੀ ਚਾਹੁੰਦੇ ਆ ਪੋਜ਼ੀਟਿਵ ਥਿੰਕਿੰਗ ਦੇ ਵਿੱਚ, ਮੈਂ ਸਮਝਦਾ ਇਸ ਲਈ ਵੀ ਇਹ ਹਾਂ ਪੱਖੀ ਜਿਹੜੀ ਸੋਚ ਹੈਗੀ ਆ, ਇਹਦੇ ਨਾਲ ਜਿਹੜੀਆਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਦੁਸ਼ਵਾਰੀਆਂ, ਜ਼ਿੰਦਗੀ ਦੇ ਬਹੁਤ ਸਾਰੇ
ਜਿਹੜੀਆਂ ਗੱਲਾਂ ਹੈਗੀਆਂ ਛੋਟੀਆਂ ਮੋਟੀਆਂ ਉਹ ਦੂਰ ਹੋ ਜਾਂਦੀਆਂ ਹੈਗੀਆਂ। ਨਹੀਂ ਤਾਂ ਜੇ ਤੁਸੀਂ ਕਿਸੇ ਨੂੰ ਪੋਜ਼ਿਟਿਵਲੀ ਉਹਨੂੰ ਇਨਕਰੇਜ ਨਹੀਂ ਕਰਦੇ ਹੈਗੇ, ਉਹਦੇ ਨਾਲ ਤੁਸੀਂ ਉਹਦਾ ਬਹੁਤ ਵੱਡਾ ਨੁਕਸਾਨ ਕਰਦੇ ਹੈਗੇ ਆ। ਉਹ ਬੰਦਾ ਜਿਹੜਾ ਹੈਗਾ ਆਪਣੇ ਆਪ ਵਿੱਚ ਕੰਪਲੈਕਸ ਵਿੱਚ ਆ ਸਕਦਾ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣੇ ਅੰਕਲ ਜੀ, ਮੈਂ ਕਹਿੰਦਾ ਆਪਣੇ ਜਿੰਦਰ ਸਿੰਘ ਆਏ ਸੀਗੇ। ਹਾਂਜੀ, ਕਰੋ ਗੱਲ ਤੁਸੀਂ। ਹਾਂਜੀ, ਮੈਂ ਛੋਟਾ ਆਪਣੇ ਪ੍ਰੇਮ ਦੋ ਦਾ ਮੁੰਡਾ ਢੋਲੀ। ਹਾਂਜੀ ਜੋ ਸਾਹਿਬ। ਹਾਂਜੀ ਹਾਂਜੀ, ਕਰੋ ਗੱਲ ਜੀ। ਹਾਂਜੀ, ਥੈਂਕ ਯੂ ਤੁਹਾਡਾ। ਤੁਸੀਂ ਨਾ ਆਪਣਾ ਟੈਲੀਫੋਨ ਜਿਹੜਾ ਆਪਣਾ ਟੈਲੀਵਿਜ਼ਨ ਉਹਨੂੰ ਬੰਦ ਕਰ ਲਓ ਤੇ ਸਿਰਫ ਟੈਲੀਫੋਨ ਦੇ ਥਰੂ ਗੱਲ ਕਰੋ। ਟੈਲੀਫੋਨ ਬੰਦ ਹੈ? ਨਹੀਂ ਨਹੀਂ, ਟੈਲੀਵਿਜ਼ਨ ਬੰਦ ਕਰਕੇ ਹਾਂਜੀ ਕਰੋ ਗੱਲ। ਤੁਸੀਂ ਕੀ ਕਹਿਣਾ ਚਾਹੁੰਦੇ ਆ? ਮੇਰਾ ਟੈਲੀਫੋਨ ਬੰਦ ਹੈ। ਮੇਰਾ ਟੈਲੀਫੋਨ ਬੰਦ ਹੈ ਭਾਜੀ। ਹਾਂ, ਕਰੋ ਗੱਲ। ਕੀ ਕਹਿਣਾ ਚਾਹੁੰਦੇ ਤੁਸੀਂ ਇਸ ਮਸਲੇ ਤੇ? ਤੁਹਾਡੀ ਇੰਨੀ ਰਿਸਪੈਕਟ ਇੱਜ਼ਤ ਕਰਦਾ ਜੀ। ਥੈਂਕ ਯੂ ਤੁਹਾਡਾ। ਜਿਹੜਾ ਢੋਲੀ ਸੀਗਾ ਆਪਣੇ ਪ੍ਰੇਮ ਦੋ ਸੀ। ਹਾਂਜੀ, ਤੁਸੀਂ ਵੀ ਜਿਹੜਾ ਹੈਗਾ ਮੇਰਾ ਖਿਆਲ ਟੈਲੀਫੋਨ ਜਿਹੜੀ ਲਾਈਨ ਹੈਗੀ ਸ਼ਾਇਦ ਉਹ ਡਰੋਪ ਹੋ ਗਈ ਹੈ। ਕੁਛ ਜ਼ਿਆਦਾ ਸਮਝ ਨਹੀਂ ਲੱਗੀ ਵੀ ਕੀ ਕਹਿਣਾ ਚਾਹੁੰਦੇ ਸੀ ਉਹ। ਜਾਂ ਦੁਬਾਰਾ ਇਨਕੇ ਟੈਲੀਫੋਨ ਤੁਸੀਂ ਕਰ ਸਕਦੇ ਆ 0121 502 4304 ਜੇ ਤੁਸੀਂ ਆਪਣੀ ਕੋਈ ਗੱਲ ਕਰਨੀ ਚਾਹੁੰਦੇ ਆ। तो मैं देखा। हेलो जी, कौन थे जी, कितों बोलते? वेलकम है जी। जी मैं बर्मिंघम से बोल रही हूँ। हाँ जी, हाँ जी। तो ये आपका जो टॉपिक है बहुत अच्छा, पॉजिटिव थिंकिंग। हाँ जी। जो कि आज हमारे लोगों में बहुत कम है। ये हमारे परिवारों में कम है। इवन कि हम किसी को भी देख के हमारे लोग खुश नहीं होते। अगर किसी ने अच्छी चीज ले ली, गाड़ी ली, अरे कोई ड्रग बेचता होगा या कोई गलत काम किया वो तभी ले ली है। पॉजिटिव बोलने का हमें बोलना ही नहीं सिखाया जाता। जो कि मैं ये सोचती हूँ कि अगर हमें बच्चों को सिखाना शुरू करें छोटे होते ही, तो हो सकता है कि वो पॉजिटिव थिंकिंग उनके भविष्य के लिए काम आएगी। यहाँ पर अगर आप देखेंगे, इन लोगों से मिलेंगे, अगर आपने उनको गिफ्ट दिया है, क्रिसमस का गिफ्ट भी दिया है या न्यू ईयर गिफ्ट दिया या बर्थडे प्रेजेंट दिया है, वो अगर उन्हें पसंद नहीं है तब भी वो कहते हैं मैं तो इसकी इंतजार कर रहा था, इंतजार कर रही थी, या तो आपने बड़ा अच्छा प्रेजेंट दिया। वो इतनी तारीफ करते हैं कि तुम्हारे बिल्कुल लग जाता है। चाहे वो बाद में वो उसको यूज करें या फेंक दे, पर हमारे सामने हमारे लोगों को जब गिफ्ट देने देते हो बहुत अच्छा है, एक तरफ रख देंगे, थैंक यू भी नहीं करेंगे, एक तरफ कोने में फटक के फेंक देंगे। और आपको ये लगेगा कि मैंने क्यों खरीदा, इसके लिए क्यों मैंने इतना स्पेंड किया। ये सोचना चाहिए कि जो आपके लिए गिफ्ट भी लेके आया है उसे कितना टाइम स्पेंड किया होगा आपके लिए। दूसरी बात भी मैं कहती हूँ, एक गिलास में जगह पानी है, वो आधा भरा हुआ है आधा खाली है। कुछ लोगों को जब आप पूछेंगे इस गिलास में जो पानी पड़ा, आप किसके बारे में क्या कहेंगे कि ये आधा गिलास खाली है। वहां से एक बच्चा आया, उससे पूछा बेटे ये बताओ इस गिलास में क्या? कहते ये गिलास आधा पानी से भरा हुआ है। यानी उसकी ये पॉजिटिव थिंकिंग है कि उसने वो देखा जो है। किसी की अगर आप इस तरह इंसान की गलतियां ही निकालते जाओगे, एक दिन आप अकेले ही रह जाओगे, आपको कुछ नहीं मिलेगा, तुम अकेले घूमोगे और आपके पास कोई नहीं होगा। कोई भी इंसान 100% परफेक्ट नहीं होता। हर किसी में कुछ ना कुछ कमियां होती हैं जिन्हें हमें इग्नोर करना पड़ता है अपने को खुश रखने के लिए और दूसरों को खुश रखने के लिए। सुबह काम पे जाते समय कहते हैं अरे आज घर आके आज तो मेरी इतनी कमाई हुई नहीं जितनी ना मेरी कल हुई थी। अरे भाई सोचो, घर से जब तुम गए थे तो आपकी जेब तो खाली थी, आपकी जेब में तो कुछ भी नहीं था। तो अब जब आप घर से वापिस आ रहे हो, तुम्हारी जेब में कुछ है कि नहीं? ये सोचो, अच्छा ठीक है कल मैंने 50 कमाए, आज मैंने 40 कमा ले, शायद कल 60 कमा लूंगा। ये मत सोचो कि हमने ये मत सोचो कि हमने आज हमारे पास कम आया है। तो ये पॉजिटिव थिंकिंग हमेशा रखनी चाहिए। ये तो बच्चे जो है आपके, जब वो उनको पढ़ाते हैं लिखाते हैं, अगर उन्होंने गलती कर दी तो उनको डांटे मत, उनको यू ट्राई वेरी हार्ड, तुमने बहुत अच्छा किया, यू ट्राई वेरी हार्ड, ठीक है अगर ये ठीक नहीं है मैं आपको समझाती हूँ। ना कि उसको थप्पड़ मार के ये कहा जाए या उसको डांट फटकार के अरे तुझे ये भी नहीं आता, नहीं, उनको प्यार से समझाओ, प्यार ही उससे वह जल्दी सीखेगा और वो आपकी रिस्पेक्ट भी करेगा। और अगर वो अच्छा काम करता है उसको रिवॉर्ड दीजिए, और अगर आपका दोस्त आपका भाई या कोई भी आपके लिए अच्छा काम करता है उसकी इज्जत जरूर करिए, उसकी प्रशंसा जरूर कीजिए, जिससे कि वो आपके आगे भी मदद के लिए हमेशा तैयार रहेगा। और उन लोगों से दूर
दूर रहो जो नेगेटिव पीपल है। वो इतने नेगेटिव है, उन्होंने हर किसी चीज में, अच्छी चीज में भी खराब ही ढूंढना है। अगर वो आपके घर आए, अगर किसी ने कह दिया कि ये जी इनका टेबल बहुत अच्छा है, अरे नहीं भाई, मेरे टेबल की लात इसकी टांग से बड़ी है, ये छोटा थोड़ा। यानी उन्होंने कमियां निकालनी है, वो चीजों में भी कमियां, इंसानों में भी कमियां निकालते हैं। वो कभी भी पॉजिटिव नहीं है। पर हमेशा ये देखो कि जो शख्स है, अगर उसमें 10 में से 2 की उसमें क्वालिटियां, थिंक अबाउट दोज क्वालिटीज, वो पॉजिटिव है, उससे आपकी फ्रेंडशिप बनी रहेगी, आप उसके बारे में अच्छा सोचेंगे। और ये सोचो रात घर आते हुए कि आज आपने कितनी अच्छी चीजें देखी, कितना अच्छे विचार किसी से आपने किए, और कितने लोगों को आपने खुश किया। और ये सोच के रात को सो, कल क्या करना है, कल मुझे पॉजिटिविटी में क्या क्या करना है। और सबसे बड़ी बात, अपना सुबह जब काम पे निकलो, स्कूल जाते समय बच्चों को उन्हें पॉजिटिव एनर्जी भर दो, जिससे कि वो शाम को दिनचर्या उनकी सारी अच्छी निकले, और शाम को जब वो आए तो खुशी खुशी आपसे आकर मिले। अगर आप देखें गरीब लोग, वो बहुत खुश हैं, उनके पास 3 मंजिले मकान नहीं है, उनके पास बहुत डिफरेंट फूड नहीं है, उनके पास खाने के लिए मिठाइयाँ नहीं है, पर वो एक दाल रोटी में खा के, अगर आप जाकर देखो, वो एक छोटी सी कुटिया में बैठे, पर सारा परिवार इकट्ठा बैठा होता है। सारे एक दूसरे से शेयर करते हैं, हंसते हैं, चुटकुले सुनाते हैं, मजाक करते हैं। पर बड़े बड़े लोग जो है, उनका अपना अपना रूम है, अपने अपने रूम में, एक जैसे जेल में बंद होते हैं, ऐसे जैसे शेर को पिंजरे में बंद करना, पक्षी को केज में बंद करना, इस तरह वो भी अपने आप को एक कमरे में बंद कर लेते हैं, जिससे कि उनकी जो मानसिक जो सिचुएशन है वो अपने तक ही रहती है। मुझे क्या मिला, मैंने क्या करना है, मुझे क्या दिया, मेरा क्या होगा, वो मैं रहते हैं, वो कभी वही में हम में नहीं आते। तो इसलिए उनकी पॉजिटिव थिंकिंग नहीं बनती। और जो गरीब लोग होते हैं, वो इतना एंजॉय करते हैं लाइफ का, वो इतना एंजॉय करते हैं, वो खुली हवा में, जो कि 3 चीजें आपने बोली फ्री मिलती है, धूप है, हवा, पानी, वो तीनों का आनंद उठाते हैं। और हमारे लोग धूप में नहीं जा सकते, बाहर फ्रेश एयर नहीं ले सकते, क्योंकि वो जिम में जाते हैं, वॉक नहीं करते हैं, वो कारों में जाते हैं। तो इसलिए अपनी हेल्थ जो है वो बहुत इंपॉर्टेंट है। चाहे दुनिया का कितना भी तुम्हारे पास अमीर आदमी हो, अगर उसके पास हेल्थ नहीं है, वो जीरो है। तो अपने आप को ये सोचो कि किस तरह अपनी हेल्थ बनानी है। हेल्थ होगी, आप पॉजिटिव सोचोगे, नेगेटिव नहीं सोचोगे। और ये सबसे बड़ी बात है, खुश रहो। अगर आप खुश रखोगे किसी को, तो आप भी खुश रहोगे। ये बहुत बड़ी चीज है कि किसी को गिव हैप्पीनेस एंड गेट हैप्पीनेस। तो ये इन बातों को जरूर सोचें कि हमें लोगों को कैसे कैसे हेल्प करनी है। काइंडनेस जो है बहुत अच्छी है। अगर आप किसी को रास्ता भी दिखाते हैं तो आपको बड़ी खुशी मिलती है, वह पॉजिटिवनेस है। और किसी से कंपेयर मत करो कि मेरे पास ये नहीं है, उसके पास सब कुछ है। जब कंपैरिजन आता है, वहां पर तुम अपने आप को छोटा महसूस करने लगते हो। कोई भी काम ऐसा ना हो जिससे आपको लगे कि मैं छोटा में अपने को महसूस करे। बस आखिर में ये कहूंगी, पॉजिटिव सोचो, पॉजिटिव देखो, पॉजिटिव बोलो। देखना कितना आपको हल्का फुल्का महसूस करोगे आप। और इससे छोटी छोटी बातों पर नाराज मत रहिए, अदरवाइज अकेले रह जाओगे। खुश रहो, खुश रखो और खुशी महसूस करो। चाहे जो ऐसे लोग होते हैं जो खुश रहते हैं, उनको हर पार्टी में मिस किया जाता है, हर फंक्शन में मिस किया जाता है, काम पे डिनर टाइम पे उसको मिस किया जाता है अगर स्कूल काम पे ना आए। सो प्लीज बी पॉजिटिव रहिए। यही है माइंड सेट कर लीजिए कि मुझे हमेशा पॉजिटिव रहना है। ट्राई कर सकते हैं, 100% कोई भी परफेक्ट नहीं है। पर आपका ये बहुत ही अच्छा प्रोग्राम है। ऐसे प्रोग्राम आप लेके आते हैं जो कि सबके साथ सबको वो सही दिशा में लेके जाते हैं। ना ये रिलीजियस है, ना ये पॉलिटिकल है, ना ही किसी धर्म के अगेंस्ट है। ये ऐसे प्रोग्राम आने चाहिए और भी चैनलों पर, जिससे कि हमारी सारी कम्युनिटी इकट्ठी हो सके और पॉजिटिव बने, ना कि एक दूसरे की टांगे खींचे। थैंक यू आपका समय देने के लिए। थैंक यू जी, थैंक यू जी। ये दस जी अर्चना जी ਜਿਹੜੇ ਕੰਟਰੀਬਿਊਟ ਕਰਕੇ ਗਏ ਹੈਗੇ ਆ, ਬੜੀਆਂ ਬਹੁਤ ਹੀ ਵੈਲਿਊਬਲ ਗੱਲਾਂ ਇਹਨਾਂ ਨੇ ਕੀਤੀਆਂ ਹੈਗੀਆਂ। ਇਹ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਕਿਸੇ ਨੂੰ ਮਿੱਠੇ ਬੋਲ ਜੋ ਬੋਲਦੇ ਹੈ ਤੇ ਉਹਦਾ ਮਨੋਬਲ ਕਿੰਨਾ ਵੱਧਦਾ ਹੈਗਾ। ਜੇ ਤੁਸੀਂ ਕਿਸੇ ਨੂੰ ਕੌੜੇ ਬੋਲ ਬੋਲਦੇ ਹੈਗੇ ਆ ਤਾਂ ਉਹਦੇ ਮਨ ਵਿੱਚ ਈਰਖਾ, ਉਹਦੇ ਵਿੱਚ ਬਦਲਾ, ਉਹਦੇ ਵਿੱਚ ਕਈ ਤਰ੍ਹਾਂ ਦੀਆਂ ਨਫ਼ਰਤਾਵਾਂ ਤੁਸੀਂ ਪੈਦਾ ਕਰਦੇ ਆ। ਅਤੇ ਜੋ ਤੁਸੀਂ ਕਿਸੇ ਨੂੰ ਹੌਸਲਾ ਦਿੰਦੇ ਹੈਗੇ ਆ
ਵੀ ਹਾਂ ਵੀ ਜੇ ਕੋਈ ਨਹੀਂ, ਡਿੱਗ ਡਿੱਗ ਕੇ ਸਾਰੇ ਜਵਾਨ ਹੋਏ ਆ। ਅਸੀਂ ਵੀ ਜਿਹੜੇ ਹੈਗੇ ਕੋਈ ਵੀ ਬੰਦਾ ਜਿਹੜਾ ਹੈਗਾ ਪਰਫੈਕਟ ਨਹੀਂ ਹੁੰਦਾ ਹੈਗਾ, ਅਤੇ ਉਸ ਪਰਫੈਕਸ਼ਨ ਦੇ ਲਈ ਤੁਹਾਨੂੰ ਬਹੁਤ ਸਾਰਾ ਅਭਿਆਸ ਕਰਨਾ ਪੈਂਦਾ ਹੈਗਾ। ਪਰ ਜੇ ਤੁਹਾਡਾ ਹੈਲੋ ਜੀ, ਕੌਣ ਤੋਂ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਮੈਂ ਕੈਨੇਡਾ ਤੋਂ ਬੋਲਦੀ, ਸ਼ਾਂਤੀ ਜੀ। ਹਾਂਜੀ ਸ਼ਾਂਤੀ ਜੀ, ਕੀ ਕਹਿਣਾ ਚਾਹੋਗੇ ਪੋਜ਼ਿਟਿਵ ਥਿੰਕਿੰਗ ਬਾਰੇ? ਪੋਜ਼ਿਟਿਵ ਥਿੰਕਿੰਗ, ਜੇ ਸਾਰੇ ਲੋਕਾਂ ਦੀਆਂ ਪੋਜ਼ਿਟਿਵ ਥਿੰਕਿੰਗ ਹੋ ਜਾਣ ਤਾਂ ਮੈਨੂੰ ਲੱਗਦਾ ਵੀ ਦੁਨੀਆ ਵਿੱਚ ਕੋਈ ਵੀ ਪ੍ਰੋਬਲਮ ਨਾ ਹੋਵੇ। ਸਾਰੀਆਂ ਪ੍ਰੋਬਲਮ ਉਦੋਂ ਹੀ ਆਉਂਦੀਆਂ ਜਦੋਂ ਤੁਹਾਡੇ 'ਚ ਨੈਗੇਟਿਵ ਥਿੰਕਿੰਗ ਆ। ਜਿਹੜੀ ਨੈਗੇਟਿਵਿਟੀ ਆ ਨਾ, ਉਹਦਾ ਬਹੁਤਾ ਅਸਰ ਸਾਡੇ ਆਪਣੇ ਸਰੀਰ 'ਤੇ ਹੀ ਪੈਂਦਾ ਆ। ਮੈਂ ਦੇਖਿਆ ਆ ਜਿੰਨੀਆਂ ਤੁਹਾਡੀਆਂ ਨੈਗੇਟਿਵ ਥਿੰਕਿੰਗ ਹੋਣਗੀਆਂ ਨਾ, ਉਨੇ ਤੁਹਾਡੇ ਸਰੀਰ ਨੂੰ ਜ਼ਿਆਦਾ ਰੋਗ ਲੱਗਣਗੇ। ਜਦੋਂ ਵੀ ਜਿਹੜੇ ਵੀ ਰੋਗ ਲੱਗਦੇ ਆ, ਮੈਂ ਤਾਂ ਕਹਿੰਦੀ ਉਹ ਨੈਗੇਟਿਵ ਲੋਕਾਂ ਨੂੰ ਜ਼ਿਆਦਾ ਲੱਗਦੇ ਆ। ਤੁਹਾਡੀ ਜੋ ਵੀ ਤੁਸੀਂ ਪੜ੍ਹਦੇ ਸੀ, ਮੈਂ ਇੰਨੀ ਚੰਗੀ ਤਰ੍ਹਾਂ, ਕਿਉਂਕਿ ਮੇਰਾ ਲਾਈਨ ਜਿਹੜੀ ਆ ਮੇਰੀ ਮਿਸ ਹੋ ਜਾਂਦੀ ਹੈ ਇੱਥੇ ਦੂਰ ਹੋਣ ਕਰਕੇ, ਮੈਂ ਚੰਗੀ ਤਰ੍ਹਾਂ ਸੁਣ ਨਹੀਂ ਸਕੀ। ਪਰ ਮੈਨੂੰ ਇੰਨਾ ਪਤਾ ਲੱਗ ਗਿਆ ਵੀ ਤੁਸੀਂ ਪੋਜ਼ਿਟਿਵ ਥਿੰਕਿੰਗ ਬਾਰੇ ਜਾਂ ਤੁਸੀਂ ਐਪਰੀਸੀਏਸ਼ਨ ਬਾਰੇ ਕੋਈ ਗੱਲ ਕਰ ਰਹੇ ਆ। ਪੋਜ਼ਿਟਿਵ ਥਿੰਕਿੰਗ ਬਾਰੇ ਹੈ? ਹਾਂਜੀ ਹਾਂਜੀ, ਪੋਜ਼ਿਟਿਵ ਥਿੰਕਿੰਗ। ਹਾਂਜੀ, ਮੈਨੂੰ ਤਾਂ ਲੱਗਦਾ ਵੀ ਅਸੀਂ ਪੋਜ਼ਿਟਿਵ ਥਿੰਕਿੰਗ ਹੀ ਸਾਨੂੰ ਰੱਖਣੀਆਂ ਚਾਹੀਦੀਆਂ ਸਾਰੇ ਲੋਕਾਂ ਵਾਸਤੇ। ਜਦੋਂ ਵੀ ਨੈਗੇਟਿਵਿਟੀ ਆਉਂਦੀ ਆ, ਉਹਦੇ ਨਾਲ ਸਾਡੇ ਝਗੜੇ ਵੀ ਵੱਧਦੇ ਆ। ਕਿਉਂਕਿ ਜਦੋਂ ਕੋਈ ਗੱਲ ਕਰਦਾ, ਮੈਂ ਦੇਖਿਆ ਬਹੁਤ ਸਾਰੇ ਲੋਕ ਇੱਥੇ ਸਾਡੀ ਸੁਸਾਇਟੀ ਵਿੱਚ ਵੀ, ਕਿਉਂਕਿ ਮੇਰਾ ਗੋਰਿਆਂ ਨਾਲ ਵੀ ਵਾਹ ਆ, ਪਰ ਇੰਨਾ ਨਹੀਂ ਨਾ ਜਿੰਨਾ ਸਾਡਾ ਰੋਜ਼ ਦਾ ਵਾਹ ਸਾਡੀ ਫੈਮਿਲੀ ਦੇ ਨਾਲ ਜਾਂ ਸਾਡੇ ਆਪਣੇ ਲੋਕਾਂ ਨਾਲ ਪੈਂਦਾ ਆ। ਜਿਹੜੀਆਂ ਗਲਤ ਫਹਿਮੀਆਂ ਇੱਕ ਦੂਜੇ ਨਾਲ ਆ ਨਾ, ਉਹ ਸਾਰੀਆਂ, ਜੇ ਤੁਸੀਂ ਨੈਗੇਟਿਵ ਥਿੰਕਿੰਗ ਕਰਦੇ ਦੂਸਰੇ ਬਾਰੇ, ਤਾਂ ਹੀ ਤੁਹਾਡੀਆਂ ਗਲਤ ਫਹਿਮੀਆਂ ਵੱਧਦੀਆਂ ਪਰਿਵਾਰਾਂ ਦੇ ਵਿੱਚ ਵੀ, ਸੋਸਾਇਟੀ ਦੇ ਵਿੱਚ ਵੀ ਉਹ ਵੱਧਦੀਆਂ ਜਾਂਦੀਆਂ, ਈਵਨ ਦੇਸ਼ਾਂ ਦੇ ਵਿੱਚ ਵੀ। ਜੇ ਅਸੀਂ ਪੋਜ਼ਿਟਿਵ ਥਿੰਕਿੰਗ ਰੱਖਾਂਗੇ ਇੱਕ ਦੂਜੇ ਲਈ, ਪਹਿਲੀ ਗੱਲ ਤਾਂ ਆਪਾਂ ਜਦੋਂ ਕਿਸੇ ਦੀ ਗੱਲ ਸੁਣਦੇ ਆ, ਤੁਸੀਂ ਉਹਨੂੰ ਚੰਗੀ ਤਰ੍ਹਾਂ ਸੁਣੋ ਧਿਆਨ ਨਾਲ, ਅਗਲਾ ਕਹਿੰਦਾ ਜਾਂ ਕਰਦਾ ਕੀ ਆ, ਫਿਰ ਤੁਸੀਂ ਦੇਖਣਾ ਆ ਵੀ ਇਹ ਠੀਕ ਆ ਜਾਂ ਗਲਤ ਆ। ਸਾਡੇ ਲੋਕ ਵਿੱਚੋਂ ਹੀ ਬੋਲ ਪੈਂਦੇ ਆ, ਅੱਧੀ ਗੱਲ ਸੁਣਦੇ, ਅੱਧੇ ਸੁਣਦੇ ਨਹੀਂ। ਇਸ ਕਰਕੇ ਸਾਡੀਆਂ ਨੈਗੇਟਿਵ ਥਿੰਕਿੰਗ ਹੋ ਜਾਂਦੀਆਂ ਅਗਲੇ ਦੇ ਬਾਰੇ, ਪੋਜ਼ਿਟਿਵ ਅਸੀਂ ਥਿੰਕ ਕਰ ਹੀ ਨਹੀਂ ਸਕਦੇ। ਤੇ ਤੁਸੀਂ ਐਪਰੀਸੀਏਸ਼ਨ ਦੀ ਵੀ ਗੱਲ ਕੀਤੀ ਹੈ। ਜਿਹੜੇ ਲੋਕ ਗੋਰੇ ਆ ਨਾ, ਇੱਥੇ ਮੈਂ ਦੇਖਿਆ ਇਹਨਾਂ 'ਚ ਜਿਹੜੀ ਐਪਰੀਸੀਏਸ਼ਨ ਕਰਨ ਦੀ ਜਿਹੜੀ ਇਹਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਗੁਣ ਆ, ਉਹ ਬਹੁਤ ਜ਼ਿਆਦਾ ਆ। ਸਾਡੇ ਲੋਕਾਂ 'ਚ ਇਹ ਹੈ ਨੀਗਾ। ਤੁਸੀਂ ਚਾਹੇ ਮੈਂ ਐਜ਼ ਏ ਫੈਮਿਲੀ ਵੀ ਤੁਹਾਨੂੰ ਦੱਸਦੀ ਆ, ਐਜ਼ ਏ ਫੈਮਿਲੀ ਤੋਂ ਆਊਟ ਵੀ ਦੱਸਦੀ ਆ, ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਵੀ, ਆਪਣੀ ਸੁਸਾਇਟੀ ਦੇ ਵਿੱਚ ਵੀ। ਤੁਸੀਂ ਜਿੱਦੇ ਤੋਂ ਵੱਡੇ ਤੋਂ ਵੱਡਾ ਕੰਮ ਕਰ ਲਓ, ਲੋਕ ਤੁਹਾਨੂੰ ਕਦੀ ਵੀ ਐਪਰੀਸ਼ੀਏਟ ਨਹੀਂ ਕਰਦੇ। ਬਹੁਤ ਘੱਟ ਲੋਕ ਆ ਜਿਹੜੇ ਤੁਹਾਡੇ ਕੰਮ ਨੂੰ ਐਪਰੀਸ਼ੀਏਟ ਕਰਦੇ ਆ। ਉਹਦੇ ਨਾਲ ਫਿਰ ਤੁਹਾਨੂੰ ਥੋੜਾ ਜਿਹਾ ਹੌਸਲਾ ਵੀ ਮਿਲਦਾ ਜੇ ਤੁਹਾਨੂੰ ਕੋਈ ਐਪਰੀਸ਼ੀਏਟ ਕਰਦਾ ਤਾਂ। ਈਵਨ ਫੈਮਿਲੀ ਦੇ ਵਿੱਚ ਵੀ ਕਹਿੰਦੇ ਹੁੰਦੇ ਆ ਵੀ ਸਾਨੂੰ ਗੁਣ ਨਹੀਂ, ਸਾਡੇ ਕੰਮਾਂ ਦਾ ਗੁਣ ਨਹੀਂ ਮਿਲਦਾ। ਮੇਰੇ ਫਾਦਰ ਇਨ ਲਾ ਕਹਿੰਦੇ ਹੁੰਦੇ ਸੀ ਵੀ ਮੇਰਾ ਗੁੜ ਕੌੜਾ ਆ। ਮੈਂ ਕਹਿਣਾ ਉਹ ਡੈਡੀ ਕਿਵੇਂ ਕੌੜਾ ਆ? ਕਹਿੰਦੇ ਜਿੰਨਾ ਮੈਂ ਕਿਸੇ ਦਾ ਮਰਜ਼ੀ ਭਲਾ ਕਰ ਲਵੇ, ਮੈਨੂੰ ਕੋਈ ਵੀ ਐਪਰੀਸ਼ੀਏਟ ਨਹੀਂ ਕਰਦਾ ਹੈਗਾ। ਸੋ ਸਾਡੇ ਲੋਕਾਂ ਦੇ ਵਿੱਚ ਮੈਂ ਦੇਖਿਆ, ਈਵਨ ਮੈਂ ਆਪਣੀਆਂ ਫੈਮਲੀਆਂ ਦੇ ਵਿੱਚ ਵੀ ਦੇਖਿਆ, ਸਾਨੂੰ ਕੋਈ ਐਪਰੀਸ਼ੀਏਟ ਘੱਟ ਕਰਦਾ ਹੈ। ਜਿਹੜੇ ਗੋਰੇ ਆ ਉਹ ਐਪਰੀਸ਼ੀਏਟ ਤੁਹਾਨੂੰ ਥੋੜੀ ਜਿਹੀ ਗੱਲ ਦੀ ਵੀ ਬਹੁਤ ਐਪਰੀਸ਼ੀਏਸ਼ਨ ਦਿੰਦੇ ਆ। ਜਿੱਥੇ ਕਿੱਥੇ ਵੀ ਮੈਂ ਕੰਮ ਕੀਤੇ ਆ ਗੋਰਿਆਂ ਦੇ ਨਾਲ ਨਾ, ਥੋੜਾ ਜਿਹਾ ਵੀ ਮੈਂ ਕੰਮ ਕਰਨਾ ਜਾਂ ਥੋੜੀ ਜਿਹੀ ਗੱਲ ਕੰਮ ਕਰਨ ਦੇ ਨਾਲ ਵੀ ਤੁਹਾਨੂੰ ਐਪਰੀਸ਼ੀਏਸ਼ਨ, ਜਿਹਦੇ ਨਾਲ ਤੁਹਾਡਾ ਹੌਸਲਾ ਵੱਧਦਾ ਹੈ ਜਾਂ ਤੁਸੀਂ ਉਚਾਈਆਂ ਤੇ ਪਹੁੰਚਦੇ ਆ। ਜੇ ਤੁਹਾਨੂੰ ਕੋਈ ਕਹੀ ਜਾਵਾ ਨਹੀਂ ਤੂੰ ਠੀਕ ਨਹੀਂ ਹੈਗਾ, ਏਦਾਂ ਆਲਵੇਜ਼ ਤੁਹਾਡੀਆਂ ਨੈਗੇਟਿਵ ਹੀ ਕਹੀ ਜਾਊਗਾ, ਤੂੰ ਆਹ ਗਲਤ ਕੀਤਾ, ਉਹ ਫਿਰ ਬੰਦਾ ਗਲਤ ਹੀ ਕਰਦਾ ਰਹਿੰਦਾ ਹੈ ਜਾਂ ਫਿਰ ਉਹਨੂੰ ਐਪਰੀਸ਼ੀਏਸ਼ਨ ਮਿਲਦੀ ਨਹੀਂ ਹੈਗੀ। ਉਹ ਫਿਰ ਜ਼ਿਆਦਾ ਸਗੋਂ ਨੈਗੇਟਿਵ ਹੋ ਜਾਂਦਾ ਪੋਜ਼ਿਟਿਵ ਹੋਣ ਦੇ ਬਜਾਏ। ਹਾਂਜੀ, ਸੋ ਪੋਜ਼ਿਟਿਵਿਟੀ ਜਿਹੜੀਆਂ ਚੁਗਲੀਆਂ ਹੈਗੀਆਂ, ਹਾਂ ਚੁਗਲੀਆਂ ਵੀ ਫਿਰ ਨੈਗੇਟਿਵ ਵਿੱਚ ਆਉਂਦੀਆਂ ਜੀ। ਹਾਂਜੀ, ਇਹ ਤਾਂ ਬਹੁਤ ਮਾੜੀ ਗੱਲ ਆ ਜਿਹੜੀ ਚੁਗਲੀ। ਫਿਰ ਜਦੋਂ ਤੁਸੀਂ ਕਿਸੇ ਬਾਰੇ ਨੈਗੇਟਿਵ ਸੋਚਣਾ ਆ ਤਾਂ ਉਹ ਫਿਰ ਤੁਸੀਂ ਸਮਝੋ ਵੀ ਚੁਗਲੀ ਕਰਨੀ ਆ, ਜਿਹੜੀ ਸਭ ਤੋਂ ਮਾੜੀ ਗੱਲ ਆ ਮੈਂ ਸਮਝਦੀ ਆ, ਜਿਹੜੀ ਕਿਸੇ ਦੇ ਵਿਰੁੱਧ ਕੋਈ ਗੱਲ ਕਰਨੀ ਜਾਂ ਚੁਗਲੀਆਂ ਕਰਨੀਆਂ। ਇਹ ਆਪਣੇ ਸਮਾਜ ਵਿੱਚ ਤਾਂ ਬਹੁਤ ਹੈਗੀ ਇਹ ਗੱਲ, ਚੁਗਲੀਆਂ ਦਾ। ਹਾਂਜੀ, ਚੁਗਲੀਆਂ ਆਪਣੇ ਸਮਾਜ ਵਿੱਚ ਤਾਂ ਬਹੁਤ ਜ਼ਿਆਦਾ ਕਰਦੇ ਲੋਕੀ। ਹਾਂਜੀ, ਕਰਦੇ ਹੋਣਗੇ। ਉਹ ਆਪੋ ਆਪਣੇ ਸੁਭਾਅ ਹੁੰਦੇ ਜਾਂ ਕਿੱਦਾਂ ਕੋਈ ਬ੍ਰੌਟ ਅਪ ਹੋਇਆ ਆ ਜਾਂ ਕੋਈ ਕਿਸੇ ਨਜ਼ਰੀਏ ਨਾਲ ਕਿਸੇ ਨੂੰ ਦੇਖਦਾ ਆ। ਕਿਉਂਕਿ ਲੋਕ ਜਿਹੜੇ ਉਹ ਭੁੱਲੇ ਹੋਏ ਆ, ਜਿਹੜੇ ਕੋਈ ਕਿਸੇ ਦੇ ਬਾਰੇ ਕੁਝ ਕਹਿੰਦੇ ਆ ਗਲਤ, ਖਾਸ ਕਰਕੇ ਗਲਤ ਹੀ ਹੁੰਦੀਆਂ ਚੁਗਲੀਆਂ, ਸੱਚੀਆਂ ਨਹੀਂ ਹੁੰਦੀਆਂ ਹੈ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ, ਸਾਡਾ ਟੌਪਿਕ ਚੰਗਾ ਹੈ ਜਿਹੜਾ ਕਿ ਸਮਾਜਿਕ ਤੌਰ ਤੇ ਘਰਾਂ ਦੇ ਵਿੱਚ ਵੀ ਇਹ ਰੋਜ਼ ਗੱਲਾਂ ਹੁੰਦੀਆਂ ਰਹਿੰਦੀਆਂ ਤੇ ਸਮਾਜ ਦੇ ਵਿੱਚ ਵੀ ਹੁੰਦੀਆਂ ਰਹਿੰਦੀਆਂ। ਹੁਣ ਦੇਸ਼ਾਂ ਦੇ ਵਿੱਚ ਵੀ ਲੜਾਈਆਂ ਜਿਹੜੀਆਂ ਉਹ ਮਿਸ ਅੰਡਰਸਟੈਂਡਿੰਗ ਦੇ ਨਾਲ ਹੀ ਹੁੰਦੀਆਂ ਜ਼ਿਆਦੀਆਂ, ਜਾਂ ਥੋੜੀ ਜਿਹੀ ਲੋਕਾਂ ਨੂੰ ਈਗੋ ਬਹੁਤ ਹੁੰਦੀ ਆ ਵੀ ਮੈਂ ਤੇਰੇ ਨਾਲੋਂ ਵੱਡਾ ਆ, ਉਹ ਤੈਨੂੰ ਪੁੱਟ ਡਾਊਨ ਕਰਨਾ ਹੈ। ਇਸ ਕਰਕੇ ਵੀ ਬੰਦੇ
ਬੰਦਿਆਂ 'ਚ ਨੈਗੇਟਿਵ ਜਾਂ ਪੋਜ਼ਿਟਿਵਿਟੀ ਆ ਜਾਂਦੀ ਹੈ। ਹਾਂਜੀ, ਓਕੇ, ਥੈਂਕ ਯੂ ਜੀ। ਸੋ ਤੁਹਾਡਾ ਟੌਪਿਕ ਬਹੁਤ ਵਧੀਆ ਹੈ ਜੀ। ਨਹੀਂ, ਥੈਂਕ ਯੂ ਜੀ। ਇਹ ਤਾਂ ਸੀ ਜੀ ਸ਼ਾਂਤੀ ਥਮਨ ਹੋਣੀ ਕੈਨੇਡਾ ਤੋਂ, ਜਿਨ੍ਹਾਂ ਨੇ ਫੋਨ ਕੀਤਾ ਅਤੇ ਆਪਣੇ ਬਹੁਤ ਜਿਹੜੇ ਵੈਲਿਊਬਲ ਜਿਹੜੇ ਵਿਚਾਰ ਹੈਗੇ ਉਹ ਦੇ ਕੇ ਗਏ ਹੈਗੇ ਆ। ਅਜੇ ਵੀ ਸਾਡੇ ਤੋਂ 6 ਮਿੰਟ ਹੈਗੇ ਆ, ਜੇ ਤੁਸੀਂ ਵੀ ਟੈਲੀਫੋਨ ਕਾਲ ਕਰਨੀ ਚਾਹੋ ਤਾਂ ਕਰ ਸਕਦੇ ਹਾਂ। ਸਾਡਾ ਇੱਥੇ ਨੰਬਰ ਜਿਹੜਾ ਹੈਗਾ 0121 502 4304 ਹੈਗਾ, ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੈਗੇ ਤਾਂ ਫਿਰ ਤੁਹਾਨੂੰ 0044 121 502 4304 ਨੰਬਰ ਘੁਮਾਉਣਾ ਪਊਗਾ। ਪੋਜ਼ੀਟਿਵ ਥਿੰਕਿੰਗ ਬਾਰੇ ਅਸੀਂ ਗੱਲ ਕਰ ਰਹੇ ਹਾਂ, ਹਾਂ ਪੱਖੀ ਸੋਚ ਬਾਰੇ ਅਸੀਂ ਗੱਲ ਕਰ ਰਹੇ ਹਾਂ। ਜਿਹੜਾ ਅੱਜ ਲੇਖ ਸੀਗਾ ਉਹ ਹਾਂ ਪੱਖੀ ਸੋਚ ਸੀਗਾ, ਕਿਉਂਕਿ ਨਵਾਂ ਸਾਲ ਚੜ੍ਹਿਆ। ਮੈਂ ਖਿਆਲ ਸਾਨੂੰ ਇਸ ਵਿਸ਼ੇ ਬਾਰੇ ਜਿਹੜੀ ਹੈਗੀ ਆ ਗੱਲ ਕਰਨੀ ਚਾਹੀਦੀ ਹੈ, ਜਿਹੜਾ ਕਿ ਮੈਂ ਪਹਿਲਾਂ ਹੀ ਲੇਖ ਲਿਖਿਆ ਸੀਗਾ। ਹਾਂ ਪੱਖੀ ਸੋਚ ਨਾਲ ਯਾਨੀ ਜਿਹੜਾ ਹੈਗਾ ਬਹੁਤ ਸਾਰੇ ਤੁਹਾਡੇ ਗਿਲੇ ਸ਼ਿਕਵੇ ਯਾਨੀ ਕਿ ਦੂਰ ਹੁੰਦੇ ਹੈਗੇ ਆ। ਬਹੁਤ ਸਾਰੇ ਤੁਸੀਂ ਕਿਸੇ ਦਾ ਮਨ ਜਿੱਤਦੇ ਹੈਗੇ ਆ। ਤੁਹਾਨੂੰ ਯਾਨੀ ਕਿ ਜਿਹੜੇ ਲੋਕ ਹੈਗੇ ਆ ਉਹ ਤੁਹਾਡੀ ਕੰਪਨੀ ਨੂੰ ਪਸੰਦ ਕਰਦੇ ਹੈਗੇ ਆ, ਤੁਹਾਡੇ ਨਾਲ ਉਹ ਗੱਲ ਕਰਕੇ ਖੁਸ਼ ਹੁੰਦੇ ਹੈਗੇ ਆ। ਤੁਸੀਂ ਯਾਨੀ ਕਿ ਉਹਨਾਂ ਦਾ ਜਿਹੜਾ ਸੈਲਫ ਕੌਨਫੀਡੈਂਸ ਉਹਦੇ ਵਿੱਚ ਬਹੁਤ ਸਾਰਾ ਵਾਧਾ ਕਰਦੇ ਆ। ਤੁਸੀਂ ਜਿਹੜੇ ਹੈਗੇ ਆ ਇੱਕ ਦੂਜੇ ਦੇ ਸਾਡੇ ਰਿਸ਼ਤੇ ਨਾਤੇ ਹੈਗੇ ਆ ਉਹਨਾਂ ਨੂੰ ਬੜਾ ਸਿਖਾਵੇਂ ਯਾਨੀ ਕਿ ਬਹੁਤ ਜ਼ਿਆਦਾ ਸਿਖਾਵੇਂ ਯਾਨੀ ਕਿ ਬਣਾਉਂਦੇ ਹਨ, ਤਾਂ ਕਿ ਉਹਨਾਂ ਵਿੱਚ ਕਿਸ ਤਰ੍ਹਾਂ ਦੀ ਕੋਈ ਗੜਤ ਨਾ ਰਹੇ ਅਤੇ ਉਹਨਾਂ ਵਿੱਚ ਕਿਸ ਤਰ੍ਹਾਂ ਦੀ ਕੋਈ ਜਿਹੜਾ ਹੈਗਾ ਕੋਈ ਤਰੇੜ ਨਾ ਪੈ ਜਾਵੇ। ਇਹ ਜਿਹੜੀ ਪੋਜ਼ੀਟਿਵ ਥਿੰਕਿੰਗ ਹੈਗੀ ਆ ਇਹ ਸਾਡੇ ਲੋਕਾਂ ਵਿੱਚ ਮੈਂ ਸਮਝ ਲਈ ਬਹੁਤ ਹੀ ਵੱਡੀ ਘਾਟ ਹੈਗੀ ਆ, ਜੋ ਮੈਂ ਮਹਿਸੂਸ ਕੀਤੀ ਹੈ। ਜਿਹੜੀ ਚੁਗਲੀਆਂ ਕਰਨੀਆਂ ਕਿਸੇ ਦੀਆਂ, ਕਿਸੇ ਨੂੰ ਚੰਗਾ ਕਹਿਣਾ ਹੀ ਨਹੀਂ ਹੈ, ਉਹਦੇ ਵਿੱਚ ਜਿਹੜੇ ਬੰਦੇ ਇੱਦਾਂ ਦੇ ਹੈਗੇ ਆ ਉਹ ਆਪ ਯਾਨੀ ਕਿ ਬਹੁਤ ਊਣੇ ਹੁੰਦੇ ਹੈਗੇ ਆ, ਉਹਨਾਂ 'ਚ ਆਪ ਬਹੁਤ ਇਨਫੀਰੀਟੀ ਕੰਪਲੈਕਸ ਹੁੰਦਾ ਹੈਗਾ। ਤੋ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ, 5 ਮਿੰਟ ਹੈ ਸਾਡੇ ਤੋਂ ਜੀ। ਜੈ ਭੀਮ ਤੇ ਜੈ ਭਾਰਤ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਮਹਾਰਾਜ? ਅੱਜ ਦੇਖੋ ਜੀ, ਜਿਹੜਾ ਅੱਛਾ ਕੰਮ ਕਰਦਾ ਨਾ, ਹਾਂਜੀ, ਉਹਦੀ ਅਪਰੀਸ਼ੀਏਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਚਾਹੇ ਕੋਈ ਪਰਿਵਾਰ 'ਚ ਚੰਗਾ ਕੰਮ ਕਰਦਾ, ਚਾਹੇ ਕੋਈ ਆਪਣੇ ਸਮਾਜ ਲਈ ਚੰਗਾ ਕੰਮ ਕਰਦਾ, ਚਾਹੇ ਆਪਣੇ ਦੇਸ਼ ਲਈ ਕੋਈ ਚੰਗਾ ਕੰਮ ਕਰਦਾ, ਤੇ ਉਹਦੀ ਅਪਰੀਸ਼ੀਏਸ਼ਨ ਤਾਂ ਜ਼ਰੂਰ ਹੋਣੀ ਚਾਹੀਦੀ। ਪਰ ਇਹ ਆਪਣੇ ਮਾਨ ਸਾਹਿਬ ਆਪਣੇ ਸਮਾਜ ਵਿੱਚ ਹੁੰਦੀ ਨਹੀਂ ਹੈ। ਹਾਂਜੀ, ਇਹੀ ਤਾਂ ਘਾਟ ਹੈ ਜੀ। ਜੇ ਸਾਡੇ ਸਮਾਜ ਨੂੰ ਅਕਲ ਆ ਜਾਵੇ ਕਿ ਜਿਹੜਾ ਚੰਗਾ ਕੰਮ ਕਰਦਾ ਉਹਦੀ ਅਪਰੀਸ਼ੀਏਸ਼ਨ ਹੋਵੇ ਤਾਂ ਫਿਰ ਘਾਟਾ ਕਾਹਦਾ? ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਚੰਗਾ ਕੰਮ ਕਰਦਾ ਨਾ ਉਹਦੇ ਲਈ ਜੈਲਸ ਜ਼ਰੂਰ ਕਰਨੀ ਆ, ਇਹ ਬੰਦਾ ਚੰਗਾ ਕੰਮ ਕਿਉਂ ਕਰ ਗਿਆ। ਹਾਂਜੀ, ਤੇ ਦੂਸਰੀ ਗੱਲ ਇਹ ਹੈਗੀ ਕਿ ਜਿਹੜਾ ਚੰਗਾ ਕੰਮ ਆ ਉਹ ਕਿਸੇ ਨੇ, ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਕਿਸੇ ਨੇ ਪੁੱਛਿਆ ਵੀ ਇਹ ਦੁਨੀਆ ਦੇ ਵਿੱਚ ਚੰਗਾ ਕੰਮ ਕਦੋਂ ਕਰਨਾ ਚਾਹੀਦਾ, ਤੇ ਉਹ ਮੂਹਰੋਂ ਬੋਲਿਆ, ਉਹ ਬਹੁਤ ਸਮਝਦਾਰ ਬੰਦਾ ਸੀਗਾ, ਉਹ ਕਹਿੰਦਾ ਮਰਨ ਤੋਂ 1 ਦਿਨ ਪਹਿਲਾਂ। ਉਹ ਕਹਿੰਦਾ ਵੀ ਜੀ ਮਰਨ ਦਾ ਤਾਂ ਕੋਈ ਪਤਾ ਹੀ ਨਹੀਂ ਹੈ, ਤੇ ਕਦੋਂ ਮਰ ਜਾਣਾ ਬੰਦੇ ਨੇ, ਕਦੋਂ ਚਲੇ ਜਾਣਾ ਨੇ। ਉਹ ਕਹਿੰਦਾ ਬਸ ਫਿਰ ਰੋਜ਼ ਹੀ ਹਰ ਇੱਕ ਮਿੰਟ 'ਚ ਚੰਗਾ ਕੰਮ ਕਰੀ ਜਾਓ ਬਿਲਕੁਲ ਆਪਣੀ ਜ਼ਿੰਦਗੀ ਦੇ ਵਿੱਚ। ਤੇ ਜਿਹੜਾ ਚੰਗਾ ਕੰਮ, ਦੇਖੋ ਸਾਇੰਟਿਸਟ ਹੈਗੇ ਆ, ਉਹਨਾਂ ਨੇ ਜਿਹੜਾ ਇਸ ਵੇਲੇ ਕਰੋਨਾ ਵਾਇਰਸ ਹੈ, ਕਿੰਨੇ ਉਹਨਾਂ ਨੇ ਰਾਤ ਦਿਨ ਕਰਕੇ ਉਹ ਚੰਗਾ ਕੰਮ ਟੀਕਾ ਕੱਢਿਆ ਹੈਗਾ, ਇੰਜੈਕਸ਼ਨ ਕੱਢਿਆ, ਤੇ ਉਹ ਕਿੰਨੇ ਲੋਕਾਂ ਲਈ ਭਲਾ ਕਰੇਗਾ। ਉਹਨਾਂ ਨੇ ਆਪਣੇ ਆਪ ਨੇ ਲਈ ਨਹੀਂ ਕੀਤਾ, ਬਿਲਕੁਲ ਉਹਨੇ ਸਾਰੀ ਦੁਨੀਆ ਨੇ, ਸਾਰੀ ਜਿਹੜੀ ਸੰਸਾਰ ਆ ਨਾ ਗਲੋਬਲੀ, ਉਹਨਾਂ ਨੇ ਉਹ ਕਾਢ ਕੱਢੀ ਰਾਤ ਦਿਨਾਂ ਕਰਕੇ, ਕਿੰਨੇ ਲੋਕਾਂ ਨੂੰ ਫਾਇਦਾ ਹੋਊਗਾ। ਤੇ ਅੱਜ ਸਾਡਾ ਫਰਜ਼ ਬਣਦਾ ਉਹਨਾਂ ਨੂੰ ਅਪਰੀਸ਼ੀਏਸ਼ਨ ਕਰਨਾ। ਜਿਹੜੇ ਵੀ ਇਸ ਵੇਲੇ ਹਸਪੀਟਲਾਂ 'ਚ ਵੀ ਲੋਕ ਬੈਠੇ ਆ, ਜਿਹੜੇ ਡਾਕਟਰ ਆ, ਨਰਸਾਂ ਆ, ਉਹ ਕਿੰਨਾ ਮਤਲਬ ਆਪਣੀ ਜਾਨ ਜੋਖਮ 'ਚ ਆ ਕੇ ਸਾਡੇ ਲੋਕਾਂ ਦਾ ਇਲਾਜ ਕਰਦੇ ਆ। ਪਰ ਇਹ ਤੋਂ ਬਿਨਾਂ ਆਪਣਾ ਮਾਨ ਸਾਹਿਬ ਯਾਨੀ ਕਿ ਘਰਾਂ ਵਿੱਚ ਵੀ, ਪਰਿਵਾਰਾਂ ਵਿੱਚ ਵੀ ਅਸੀਂ ਕਿਸੇ ਵੇਲੇ ਆਪਣੀ ਕਿਸੇ ਬੱਚੀ ਨਾਲ, ਕਿਸੇ ਬੱਚੇ ਨਾਲ, ਕਿਸੇ ਯਾਨੀ ਕਿ ਹੋਰ ਭੈਣ ਭਾਈ ਨਾਲ, ਕਿਸੇ ਹੋਰ ਰਿਸ਼ਤੇਦਾਰ ਨਾਲ, ਉਹਨੂੰ ਹਰ ਵੇਲੇ ਜਿਹੜਾ ਹੈਗਾ ਤਾਨੇ ਮਿਹਣੇ ਦੇਣੇ, ਉਹਦੇ ਵਿੱਚ ਨੁਕਸ ਕੱਢਣੇ, ਉਹਦੇ ਨਾਲ ਉਹਨਾਂ ਦਾ ਮਨੋਬਲ ਵੀ ਜਾਂਦਾ ਲੱਗਦਾ, ਤੇ ਕਈ ਤਾਂ ਮਾਨਸਿਕ ਰੋਗੀ ਵੀ ਬਣ ਜਾਂਦੇ। ਮੈਂ ਉਹਨਾਂ ਕਿਸੇ ਨੂੰ ਡੀਲ ਕੀਤਾ। ਹਾਂਜੀ, ਉਹ ਤਾਂ ਹੈਗਾ ਹੀ ਆ। ਜੇ ਤੁਸੀਂ ਕਿਸੇ ਨੂੰ ਕਹੀ ਜਾਓ, ਕਿਸੇ ਨੂੰ ਉਹਦੀ ਅਪਰੀਸ਼ੀਏਸ਼ਨ ਨਾ ਕਰੋ, ਉਹਨੂੰ ਕਹੀ ਕੋਈ ਚੰਗਾ ਕੰਮ ਕਰਦਾ, ਬੱਚਾ ਪੜ੍ਹਨ ਲਈ ਹੁਸ਼ਿਆਰ ਆ, ਤੇ ਉਹਨੂੰ ਤੁਸੀਂ ਉਹਦੀ ਅਪਰੀਸ਼ੀਏਸ਼ਨ ਕਰੋ। ਜੇ ਤੁਸੀਂ ਉਹਨੂੰ ਕਹੋ ਮਾਨਸਿਕ ਤੇ ਤੂੰ ਇਹ ਠੀਕ ਨਹੀਂ ਕੰਮ ਕੀਤਾ, ਰੋਜ਼ ਹੀ ਅਗਰ ਉਹ ਚੰਗਾ ਵੀ ਕੰਮ ਕੀਤਾ ਉਹਨਾਂ ਰੋਜ਼ ਹੀ ਤੁਸੀਂ ਉਸ ਨੂੰ ਕ੍ਰਿਟਿਸਾਈਜ਼ ਕਰੀ ਜਾਓ ਤਾਂ ਉਹ ਤਾਂ ਬਿਲਕੁਲ ਮਾਨਸਿਕ ਸੰਤੁਲਨ ਖੋ ਬੈਠਦਾ ਹੈਗਾ। ਤੇ ਇਸ ਕਰਕੇ ਕਿਸੇ ਬੰਦੇ ਨੂੰ ਜ਼ਿਆਦਾ ਕ੍ਰਿਟਿਸਾਈਜ਼ ਨਹੀਂ ਕਰਨਾ ਚਾਹੀਦਾ। ਕਈ ਵਾਰੀ ਆਦਮੀ ਵੀ ਕਿਤੇ ਨਾ ਇਹ ਵੀ ਹਿਊਮਨ ਬੀਇੰਗ ਆ, ਕਿਉਂਕਿ ਜਦੋਂ ਕੋਈ ਬੱਚਾ ਚੰਗਾ ਕੰਮ ਕਰਦਾ ਤੇ ਦੂਸਰਾ ਘੱਟ ਕੰਮ ਕਰਦਾ ਤਾਂ ਉਹਦੇ ਫਿਰ ਮੁਕਾਬਲੇ ਦੇ ਵਿੱਚ ਉਹ ਫਿਰ ਦੂਸਰੇ ਬੰਦੇ ਨੂੰ, ਬੱਚੇ ਨੂੰ ਕਹਿਣਾ ਹੀ ਪੈਂਦਾ ਕਿ ਤੂੰ ਉਹਦੇ ਮੁਕਾਬਲੇ 'ਚ ਤੂੰ ਕੰਮ ਨਹੀਂ ਚੰਗਾ ਕਰਦਾ। ਤੇ ਇਹ ਤਾਂ ਹਿਊਮਨ ਬੀਇੰਗ ਦੀ ਸੋਚ ਹੈਗੀ ਆ, ਕਿਉਂਕਿ ਜਿਹੜੀ ਸੋਚ ਆ ਸਾਨੂੰ ਵੈਸੇ ਬਦਲਣੀ ਵੀ ਚਾਹੀਦੀ ਹੈਗੀ ਆ, ਇਹ 'ਚ ਕੋਈ ਸ਼ੱਕ ਨਹੀਂ। ਕਿਉਂਕਿ ਦੇਖੋ ਅੱਜ ਸੰਸਾਰ ਦੇ ਦੁਨੀਆ ਦੇ ਵਿੱਚ ਕਿਤੇ ਨਾ ਸਾਇੰਟਿਸਟ ਜਿਹੜੇ ਹੈਗੇ ਆ ਉਹਨਾਂ ਨੇ, ਕਿਸੇ ਨੇ ਇੰਜਨ ਕੱਢਿਆ, ਕਿਸੇ ਨੇ ਵੈਸੇ ਪਹਿਲੇ ਸਾਡੇ
ਚੌਹਾਨ ਸਾਹਿਬ ਕਾਫੀ ਗੱਲਾਂ ਕਰ ਗਏ ਹੈਗੇ ਆ, ਦੇਖੋ ਗੱਲਾਂ ਨੂੰ ਦੁਹਰਾਉਣਾ ਠੀਕ ਨਹੀਂ ਹੈ, ਲੇਕਿਨ ਕੋਈ ਵੀ ਚੰਗਾ ਕੰਮ ਕਰ, ਹੁਣ ਤੁਸੀਂ ਕਿੰਨਾ ਚੰਗਾ ਕੰਮ ਕਰਦੇ ਹੋ, ਕਿਤਾਬਾਂ ਲਿਖ ਕੇ ਲੋਕਾਂ ਤੱਕ ਆਪਣੇ ਵਿਚਾਰ ਦਿੰਦੇ ਹੋ, ਕਿਉਂਕਿ ਜੇ ਕਿਸੇ ਦੀ ਜੇਬ 'ਚ ਇੱਕ ਪੈਸਾ ਆ ਤੇ ਦੂਜੇ ਦੀ ਜੇਬ 'ਚ ਇੱਕ ਪੈਸਾ ਆ ਤਾਂ ਇੱਕੋ ਹੀ ਇੱਕ ਰਹਿਣਾ ਹੈ। ਜੇ ਤੁਹਾਡਾ ਵਿਚਾਰ ਤੇ ਮੇਰਾ ਵਿਚਾਰ, ਪਬਲਿਕ ਦੇ ਵਿਚਾਰ ਮਿਲ ਜਾਣ ਤਾਂ ਵਿਚਾਰਧਾਰਾ ਕਾਫੀ ਵੱਧ ਜਾਂਦੀ ਹੈ। ਇਸ ਕਰਕੇ ਇੱਕ ਦੂਸਰੇ ਨੂੰ ਅਪਰੀਸ਼ੀਏਸ਼ਨ ਕਰਨਾ ਬਹੁਤ ਅੱਛੀ ਗੱਲ ਹੈ। ਇਹ ਨਹੀਂ ਕਹਿਣਾ ਕਿ ਉਹ ਬੰਦੇ ਨੇ ਚੰਗਾ ਨਹੀਂ ਕੰਮ ਕੀਤਾ, ਉਹਨਾਂ ਦੀਆਂ ਕਿਤਾਬਾਂ 'ਚ ਆਹ ਨੁਕਸੇ ਆ, ਜੇ ਉਹ ਏਦਾਂ ਹੈ, ਇਹ ਨਹੀਂ। ਦੇਖੋ ਤੁਸੀਂ ਕਿੰਨੀਆਂ ਕਿਤਾਬਾਂ ਲਿਖੀਆਂ, ਕਿੰਨੀ ਤੁਸੀਂ ਆਪਣੇ ਜਿਹੜਾ ਸੋਸ਼ਲ ਵਰਕ ਵੀ ਕੀਤਾ ਹੈਗਾ, ਕਿਉਂਕਿ ਇਹ ਜਿਹੜੀ ਚੀਜ਼ਾਂ ਹੈਗੀਆਂ ਕੋਈ ਬੰਦਾ ਕੰਮ ਕਰ ਸਕਦਾ ਆ ਕਿ ਹਰ ਇੱਕ ਬੰਦੇ ਨੂੰ ਆਪਣੇ ਜਿਹੜੇ ਪ੍ਰੋਫੈਸਰ ਆ ਉਹ ਆਪਣੇ ਲਈ ਨਹੀਂ, ਦੇਖੋ ਉਹ ਬੱਚਿਆਂ ਨੂੰ ਗਿਆਨ ਦਿੰਦੇ ਆ, ਉਹਨਾਂ ਦਾ ਸਾਰੀ ਉਮਰ ਉਹ ਗਿਆਨ ਉਹਨਾਂ ਨੂੰ ਪੈਦਾ ਮਤਲਬ ਉਹਦੇ ਬੈਨੀਫਿਟ ਹੁੰਦਾ ਉਹਦਾ। ਤੇ ਇਸ ਕਰਕੇ ਜਿਹੜੀ ਚੀਜ਼ ਆ ਟੀਚਰਾਂ ਦਾ, ਜਿੰਨੇ ਵੀ ਜਿਹੜੇ ਚੰਗੇ ਵੀ ਕੰਮ ਕਰਨ ਵਾਲੇ ਪ੍ਰੋਫੈਸ਼ਨਲ ਜਿਹੜੇ ਬੰਦੇ ਆ, ਉਹਨਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਸਮਾਜ ਦੇ ਵਿੱਚ। ਥੈਂਕ ਯੂ। ਇਹ ਤਾਂ ਸੀ ਜੀ ਪ੍ਰੇਮ ਮਾਨ ਹੋਣੀ ਲੰਡਨ ਤੋਂ, ਜਿਹੜੇ ਕਿ ਮੇਰੇ ਰੈਗੂਲਰ ਕੰਟਰੀਬਿਊਟਰ ਹੈਗੇ ਆ, ਬਹੁਤ ਹੀ ਵਧੀਆ ਗੱਲਾਂ ਕਰਕੇ ਜਾਂਦੇ ਹੈਗੇ ਆ। ਅੱਜ ਵੀ ਇਹਨਾਂ ਨੇ ਬਹੁਤ ਵਧੀਆ ਕੰਟਰੀਬਿਊਸ਼ਨ ਕੀਤੀ ਆ। ਮੈਂ ਸਾਨੂੰ ਵੀ ਐਪਰੀਸ਼ੀਏਟ ਕਰਨਾ ਜਿਹੜਾ ਹੈਗਾ, ਇਹ ਅੱਜ ਦਾ ਸਾਡਾ ਜਿਹੜਾ ਇਸ ਨਵੇਂ ਸਾਲ ਦਾ ਰੈਜ਼ੋਲੂਸ਼ਨ ਵੀ ਹੋਣਾ ਚਾਹੀਦਾ। ਲੈ ਸਾਨੂੰ ਪੋਜ਼ੀਟਿਵ ਥਿੰਕਿੰਗ ਜਿਹੜੀ ਆਪਣੇ ਜੀਵਨ ਦੇ ਵਿੱਚ ਉਹਨੂੰ ਜਿਹੜਾ ਸਾਨੂੰ ਅਪਣਾ ਲੈਣਾ ਚਾਹੀਦਾ। ਅਤੇ ਅਗਲੇ ਹਫ਼ਤੇ ਮੈਂ ਤੁਹਾਡੇ ਲਈ ਇੱਕ ਹੋਰ ਵਿਸ਼ਾ ਲੈ ਕੇ ਆਊਂਗਾ, ਇੱਕ ਹੋਰ ਸਬਜੈਕਟ ਲੈ ਕੇ ਆਊਂਗਾ, ਜਿਹਦੇ 'ਤੇ ਆਪਾਂ ਜਿਹੜਾ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਾਂਗੇ, ਡਿਸਕੋਰਸ ਜਿਹੜਾ ਰਚਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਇਸ ਤਰ੍ਹਾਂ ਮੈਂ ਦੱਸੀ ਆ ਅਤੇ ਗੱਲ ਕਹਿੰਦਾ ਸੀਗਾ ਪਹਿਲਾਂ ਵੀ, ਮੈਂ ਆਪਣੀ ਕਿਤਾਬਾਂ ਵਿੱਚ ਉਹੋ ਜਿਹੇ ਵਿਸ਼ੇ ਲੈ ਕੇ ਆਉਣਾ ਜਿਹੜੇ ਕਿ ਤੁਹਾਡੇ ਨਾਲ, ਮੇਰੇ ਨਾਲ ਅਤੇ ਸਮਾਜ ਨਾਲ ਸੰਬੰਧਿਤ ਹੁੰਦੇ ਆ, ਤਾਂ ਕਿ ਅਸੀਂ ਉਹਨਾਂ ਬਾਰੇ ਜਿਹੜੀ ਆ ਪੂਰੀ ਘੋਖ ਪੜਤਾਲ ਕਰ ਸਕੀਏ ਅਤੇ ਕਿਸੇ ਨਤੀਜੇ 'ਤੇ ਪਹੁੰਚ ਸਕੀਏ। ਅਤੇ ਇਹ ਬਹੁਤ ਜ਼ਰੂਰੀ ਹੈਗਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਪੋਜ਼ੀਟਿਵ ਥਿੰਕਿੰਗ ਦਾ, ਇਸ ਨਵੇਂ ਸਾਲ ਦਾ। ਜਿਸ ਤਰ੍ਹਾਂ ਸ਼ੁਰੂਆਤ ਮੈਂ ਕੀਤੀ ਹੈਗੀ ਆ, ਜੇ ਅਸੀਂ ਪੋਜ਼ੀਟਿਵ ਥਿੰਕਿੰਗ ਰੱਖੂਗੇ ਅਤੇ ਇਹ ਨਾਲ ਸਾਡਾ ਜਿਹੜਾ ਸਮਾਜ ਹੈਗਾ ਖੁਸ਼ੀਆਂ ਅਤੇ ਖੇੜਿਆਂ ਨਾਲ ਭਰ ਜਾਊਗਾ। ਅਤੇ ਜਿਨ੍ਹਾਂ ਲੋਕਾਂ ਨਾਲ ਵੀ ਸਾਡਾ ਵਾਸਤਾ ਪਊਗਾ ਉਹ ਤੁਹਾਡੀ ਪ੍ਰੇਜ਼ ਵੀ ਕਰਨਗੇ, ਅਤੇ ਉਹ ਕੰਮ ਵੀ ਯਾਨੀ ਕਿ ਬਹੁਤ ਪਿਆਰ ਨਾਲ ਯਾਨੀ ਕਿ ਕਰਨਗੇ, ਅਤੇ ਤੁਹਾਡੇ ਗੁਣਗਾਨ ਵੀ ਕਰਨਗੇ। ਜੇ ਤੁਸੀਂ ਕਿਸੇ ਬਾਰੇ ਨੈਗੇਟਿਵ ਸੋਚਦੇ ਆ, ਕਿਸੇ ਨੂੰ ਮਾੜਾ ਕਹਿੰਦੇ ਹੈਗੇ, ਕਿਸੇ ਨੂੰ ਬੁਰਾ ਕਹਿੰਦੇ, ਕਿਸੇ ਦੀ ਚੁਗਲੀਆਂ ਕਰਦੇ ਹੈਗੇ ਆ, ਉਹ ਨਾਲ ਤੁਹਾਡੀ ਮਾਨਸਿਕ ਸਿਹਤ ਅਤੇ ਤੁਹਾਡੀ ਫਿਜ਼ੀਕਲ ਸਿਹਤ ਉਹਦੇ 'ਤੇ ਵੀ ਅਸਰ ਪਊਗਾ। ਸੋ ਅੱਜ ਤੋਂ ਇਹ ਤਹਈਆ ਕਰੋ ਕਿ ਮੈਂ ਜਿਹੜਾ ਹੈਗਾ ਪੋਜ਼ੀਟਿਵ ਥਿੰਕਿੰਗ ਕਰਨੀ ਆ, ਅਤੇ ਐਪਰੀਸ਼ੀਏਟ ਕਰੋ। ਅਗਲੇ ਹਫ਼ਤੇ ਮੈਂ ਤੁਹਾਡੇ ਨਾਲ ਫਿਰ ਮਿਲਦਾ, ਮੈਨੂੰ ਇੱਥੇ ਦਿਓ ਇਜਾਜ਼ਤ। ਅਗਲੇ ਹਫ਼ਤੇ ਤੁਹਾਨੂੰ ਮਿਲਦਾ ਜੀ, ਬਾਏ ਬਾਏ।